ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਫਕੀਰ ਹੋਏ ਦੀਨ ਬਖਾਨੈ, ਜਾਹਰ ਕਰਹੁ ਜਥਾ ਹਮ ਜਾਨੈ। ਤਹਾਂ ਨਾ ਭੇਦ ਪਛਾਨਿਓ ਕੋਈ, ਇਹਾਂ ਆਪ ਭਾਖੀ ਰਖ ਗੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਦੀਨ ਦੁਨੀਆ ਦੇ ਵਾਲੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨਿਤਾ ਪ੍ਰਤ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾ ਅੰਦਰ ਹਾਜ਼ਰੀ ਭਰ ਕਰਕੇ ਪ੍ਰੇਮ ਸਹਿਤ ਗੁਰਬਾਣੀ ਕੀਰਤਨ ਗੁਰ ਇਤਿਹਾਸ ਸਰਵਣ ਕਰਨ ਵਾਸਤੇ ਆਪ ਨਿਤਾ ਪ੍ਰਤ ਸਤਿਗੁਰੂ ਜੀ ਕੇ ਚਰਨਾਂ ਕਮਲਾਂ ਵਿੱਚ ਜੁੜਦੇ ਹੋ। ਜੋ ਪਾਵਨ ਪਵਿੱਤਰ ਲੜੀਵਾਰ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਗੁਰ ਇਤਿਹਾਸ ਦੀ ਕਥਾ ਪਿਛਲੇ ਦਿਨੀ ਜੋ ਕੱਲ ਰੋਜ਼ ਸਰਵਣ ਕੀਤੀ ਸੀ, ਕਨੌਜ ਤੋਂ ਜੋ ਮੰਦਾਰ ਇੱਕ ਸੰਪਰਦਾਇਕ ਜੋ ਫਕੀਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਪਹੁੰਚਿਆ। ਗੁਰਦੇਵ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਦਰਬਾਰ ਅੰਦਰ ਤੇ ਵੇਖਿਆ ਵੀ ਨਾਲ ਦੇ ਤਾਂ ਕੋਈ ਕਿਹੜੀ ਭੇਟਾ ਲੈ ਕੇ ਜਾ ਰਿਹਾ ਹੈ। ਕਿਸੇ ਨੇ ਕੋਈ ਭੇਟਾ ਲਈ ਹੈ ਬੇਸ਼ਕੀਮਤੀ, ਕਿਸੇ ਕੋਲ ਕੋਈ ਭੇਟਾ ਸੀ। ਸੰਗਤ ਵਿੱਚ ਖਲੋ ਕੇ ਮਨ ਅੰਦਰ ਲੱਗਾ ਸੋਚਣ, ਮਨਾ ਤੂੰ ਖਾਲੀ ਹੱਥ ਸਤਿਗੁਰੂ ਕੋਲ ਜਾਏਗਾ, ਬਾਤ ਸ਼ੋਭਾ ਨਹੀਂ ਦਿੰਦੀ। ਵੱਡਿਆਂ ਕੋਲ ਜਾਈਏ, ਖਾਲੀ ਹੱਥ ਨਾ ਜਾਈਏ। ਬਾਹਰ ਬਗੀਚੀ ਵਿੱਚ ਗਿਆ, ਬੜੇ ਸੋਹਣੇ ਜੋ ਖਿੜੇ ਹੋਏ ਫੁੱਲ ਸਨ, ਫੁੱਲਾਂ ਨੂੰ ਤੋੜ ਲਿਆ। ਕੋਈ ਚਮੇਲੀ ਦੇ, ਕੋਈ ਗੁਲਾਬ ਦੇ, ਬੜੇ ਸੋਹਣਾ ਇੱਕ ਗੁਲਦਸਤਾ ਜਿਹਾ ਬਣਾ ਕਰਕੇ ਬੁੱਕ ਭਰ ਕੇ ਫੁੱਲਾਂ ਦਾ ਜਦੋਂ ਵਾਰੀ ਆਈ ਨਮਸਕਾਰ ਦੀ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਵਾਰੀ ਆਈ ਤੇ ਨਮਸਕਾਰ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕਰਕੇ ਲੱਗੇ ਇਸ ਮਦਾਰ ਨੂੰ, ਲੱਗੇ ਕਹਿਣ, ਸਾਈਂ ਵਾਲਿਓ ਭਾਵ ਸਤਿਕਾਰ ਨਾਲ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਚਨ ਕਹੇ। ਕਹਿੰਦੇ ਤੁਸਾਂ ਨੇ ਇਤਨੀ ਮਿਹਨਤ ਦੇ ਨਾਲ ਇਤਨੀ ਦੂਰ ਤੋਂ ਆਏ ਹੋ, ਤੁਹਾਡੇ ਵੇਸ਼ਭੂਸ਼ਾ ਤੋਂ, ਤੁਹਾਡੇ ਕੱਪੜਿਆਂ ਤੋਂ ਜਾਪ ਰਿਹਾ ਹੈ ਵੀ ਬੜਾ ਸਫ਼ਰ ਵੀ ਕੀਤਾ ਹੈ, ਮੁੜਕੋ ਮੁੜਕੀ ਵੀ ਹੋਏ ਹੋ। ਸਾਈਂ ਜੀ ਕੀ ਲੋੜ ਸੀ ਇਹ ਲੈ ਕੇ ਆਉਣ ਦੀ ਫੁੱਲ ਵਗੈਰਾ? ਖਿੜੇ ਹੋਏ ਭਾਵ ਜੁੜੇ ਹੋਏ ਜੋ ਫੁੱਲ ਸਨ ਆਪਣੀ ਟਾਹਣੀਆਂ ਨਾਲ ਤੁਸੀਂ ਲੈ ਕਰਕੇ ਆਏ ਹੋ, ਤੇ ਜਿਹੜੇ ਗੁਰੂ ਨੇ ਬਚਨ ਕਹੇ ਕੱਲ ਰੋਜ਼ ਆਪ ਜੀਆਂ ਨੇ ਸਰਵਣ ਕੀਤੇ ਸਨ। ਹੱਥ ਜੋੜ ਕੇ ਲੱਗਾ ਕਹਿਣ, ਸ਼ਹਿਨਸ਼ਾਹ ਜੀਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਓ, ਸੁਣਿਆ ਹੈ ਵੀ ਵੱਡਿਆਂ ਪਾਸ ਜਾਈਏ, ਖਾਲੀ ਹੱਥ ਨਾ ਜਾਈਏ। ਤੇ ਜਿਹੜਾ ਅੱਗੋਂ ਉੱਤਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ ਉੱਤਰ ਦਿੱਤਾ ਸੀ ਵੀ ਦਸਤੇ ਖਾਲੀ ਭਾਵ ਹੱਥਾਂ ਤੋਂ ਖਾਲੀ ਤਾਂ ਭਾਵੇਂ ਚਲੇ ਜਾਈਏ ਪਰ ਦਿਲੋਂ ਖਾਲੀ ਨਾ ਜਾਈਏ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਭਾਵਨਾ ਬਹੀਨ ਹੋ ਕੇ ਮਾਲਕ ਕੋਲ ਨਾ ਜਾਈਏ। ਭੇਟਾਵਾਂ ਤਾਂ ਚਲੋ ਕੋਈ ਨਹੀਂ, ਯਥਾ ਸ਼ਕਤ ਆਪੋ ਆਪਣੀਆਂ। ਜਿਤਨੀ ਕਿਸੇ ਨੂੰ ਮਾਲਕ ਸੱਚੇ ਪਾਤਸ਼ਾਹ ਜੀਆਂ ਨੇ ਸਮਰੱਥਾ ਬਖਸ਼ਿਸ਼ ਕੀਤੀ ਹੈ, ਸ਼ਹਿਨਸ਼ਾਹ ਜੀਆਂ ਦੇ ਚਰਨਾਂ ਕਮਲਾਂ ਵਿੱਚ ਤਾਂ ਉਹ ਭੇਟ ਕਰਦਾ ਹੀ ਹੈ। ਪਰ ਵੱਡੀ ਬਾਤ ਇਹ ਹੈ ਕਿ ਮਾਲਕ ਜੀਆਂ ਦੇ ਘਰ ਜਾਈਏ, ਸਤਿਗੁਰੂ ਮਹਾਰਾਜ ਜੀਆਂ ਦੇ ਘਰ ਜਾਈਏ, ਦਿਲੋਂ ਖਾਲੀ ਹੋ ਕਰਕੇ ਨਾ ਜਾਈਏ, ਭਾਵਨਾ ਦੇ ਸਹਿਤ ਜਾਈਏ, ਭਾਵਨਾ ਤੋਂ ਖਾਲੀ ਨਹੀਂ। ਭਾਵਨਾ ਨੂੰ ਹੀ ਭਾਵ ਫਲ ਫੁੱਲ ਲੱਗਦੇ ਹਨ, ਪ੍ਰੇਮ ਨੂੰ ਹੀ ਪ੍ਰੇਮ ਸਹਿਤ ਜਦੋਂ ਕੋਈ ਮਾਲਕ ਜੀਆਂ ਦੇ ਘਰ ਜਾਏਗਾ, ਮਾਲਕ ਜੀਆਂ ਦੇ ਕੋਲ ਜਾ ਕਰਕੇ ਉਸੇ ਨੂੰ ਹੀ ਫਿਰ ਸਾਧ ਸੰਗਤ ਜੀਓ ਫਲ ਤੇ ਫੁੱਲ ਲੱਗਣਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਬੈਠ ਕਰਕੇ ਮੰਦਾਰ ਨੇ ਬਹੁਤ ਪ੍ਰੇਮ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਬੜੀਆਂ ਰਹੱਸਮਈ ਜੋ ਸਨ ਵਿਚਾਰਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਸਰਵਣ ਵੀ ਕੀਤੀਆਂ। ਵੱਖ-ਵੱਖ ਇਤਿਹਾਸਕਾਰਾਂ ਨੇ ਇਸ ਵਾਰਤਾ ਨੂੰ ਜੋ ਅੰਕਿਤ ਵੀ ਕੀਤਾ ਹੈ, 100 ਸਾਖੀ ਵਿੱਚ ਵੀ ਵਾਰਤਕ ਮਹਿਮਾ ਅੰਦਰ ਵੀ ਬੜੇ ਸੁੰਦਰ ਜੋ ਢੰਗ ਦੇ ਨਾਲ ਬਿਆਨ ਕੀਤਾ। ਉਸ ਵਾਰਤਾਲਾਪ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਾਰਤਾ ਨੂੰ ਤਥਾ ਉਸ ਮਦਾਰ ਦੀ ਵਾਰਤਾ ਨੂੰ। ਸੋ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਬੈਠਿਆਂ ਫਿਰ ਇਹਨੇ ਆਪਣੇ ਨਾਲ ਜੋ ਬੀਤੀ ਉਹ ਵੀ ਇਹਨੇ ਆਪਣਾ ਸੁਪਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਦੱਸ ਪਾਈ। ਮਹਾਰਾਜ ਮੇਰੇ ਨਾਲ ਇਹ ਬਾਤ ਬਣੀ ਹੈ। ਜਿਤਨਾ ਧਨ ਇਤਿਆਦਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੱਬਿਆ ਸੀ, ਜਦੋਂ ਮੈਂ ਇਸ਼ਨਾਨ ਪਾਣ ਕਰਨ ਵਾਸਤੇ ਗਿਆ, ਮੈਨੂੰ ਭਾਵ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਲੈ ਕਰਕੇ ਗਏ। ਉਸ ਥਾਂ ਤੇ ਬੜਾ ਮੈਨੂੰ ਅਦਬ ਸਤਿਕਾਰ ਵੀ ਦਿੱਤਾ। 20 ਕਰੋੜ ਦੇ ਕਰੀਬ ਜੋ ਧਨ ਸੀ, ਮਹਾਰਾਜ ਉਹਦੇ ਬਾਬਤ ਦੱਸ ਪਾਈ, ਪਰ ਪੂਰੀ ਗੱਲ ਮੈਨੂੰ ਸਮਝ ਨਹੀਂ ਲੱਗੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਮੈਨੂੰ ਇਹ ਦੱਸਣਾ ਕਰੋ। ਇੱਥੋਂ ਤੱਕ ਜੋ ਵਿਚਾਰ ਆਪ ਸਾਧ ਸੰਗਤ ਜੀਓ ਨੇ ਸਰਵਣ ਕੀਤੀ ਸੀ ਕੱਲ ਰੋਜ਼। ਸੋ ਆਓ ਕਰੋ ਮਨ ਬਿਰਤੀਆਂ ਨੂੰ ਇਕਾਗਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਿਸ ਪ੍ਰਕਾਰ ਫਿਰ ਇਹਦੇ ਨਾਲ ਜੋ ਬਚਨ ਬਿਲਾਸ ਉੱਥੇ ਸੰਗਤ ਵਿੱਚ ਕੀਤੇ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਫਕੀਰ ਹੋਏ ਦੀਨ ਬਖਾਨੈ। ਉਸ ਵਕਤ ਫਕੀਰ ਨੇ ਬੜੇ ਬੇਨਤੀ ਸਹਿਤ ਭਾਵਨਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਗੇ ਬੇਨਤੀ ਕਰਨ। ਜਦੋਂ ਸਾਰੀ ਗੱਲਬਾਤ ਹੋਈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਉਣ ਲੱਗੇ। ਮਹਾਰਾਜ ਕਹਿੰਦੇ, ਭਾਈ ਅਸੀਂ ਸਾਰੀ ਗੱਲ ਸਮਝ ਗਏ ਹਾਂ, ਅਸੀਂ ਸਾਰਾ ਅੰਦੇਸਾ ਭਾਵ ਸਾਰੀ ਅਗਲੀ ਪਿਛਲੀ ਗੱਲ ਅਸੀਂ ਸਮਝ ਗਏ ਹਾਂ। ਹੱਥ ਜੋੜ ਕੇ ਫਕੀਰ ਸਾਈਂ ਜੀ ਨੇ ਇਸ ਵਕਤ ਮਹਾਰਾਜ ਜੀਆਂ ਨੂੰ ਬਚਨ ਕਹੇ। ਕਹਿਣ ਲੱਗੇ, ਸਤਿਗੁਰੂ ਜੀ ਮੇਰੀ ਬੇਨਤੀ ਹੈ, ਜਾਹਰ ਕਰੋ ਜਥਾ ਹਮ ਜਾਣੈ। ਸਤਿਗੁਰੂ ਜੀ ਕਿਰਪਾ ਕਰੋ, ਸਾਨੂੰ ਪਿਓ ਦੇ ਬਾਰੇ ਤੁਸੀਂ ਪ੍ਰਕਾਸ਼ ਚਾਨਣਾ ਕਰੋ, ਕਿਹੜੀ ਗੱਲ ਸੀ? ਤਹਾਂ ਨਾ ਭੇਦ ਪਛਾਨਿਓ ਕੋਈ। ਮਹਾਰਾਜ ਮੈਂ ਤਾਂ ਉੱਥੇ ਵੀ ਕੋਈ ਭੇਦ ਨਹੀਂ ਪਛਾਣ ਸਕਿਆ ਵੀ ਗੱਲਬਾਤ ਕੀ ਹੈ। ਇਹਾਂ ਆਪ ਭਾਖੇ ਰੱਖ ਗੋਏ। ਮਹਾਰਾਜ ਇੱਥੇ ਵੀ ਆਪ ਜੀਆਂ ਨੇ ਪਹਿਰਾ ਗੁਪਤ ਹੀ ਰੱਖਿਆ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਅਣਜਾਣ ਹਾਂ, ਤੁਸੀਂ ਕਿਰਪਾਲਤਾ ਕਰਕੇ ਦੇ ਬਾਰੇ ਚਾਨਣਾ ਪਾਉਣਾ ਕਰੋ। ਤਾਹਾਂ ਖਾਬ ਸਮ ਕਛੋ ਨਾ ਜਾਣਾ। ਮਹਾਰਾਜ ਸੁਪਨ ਅਵਸਥਾ ਵਿੱਚ ਖੁਆਬ ਸਮ ਸੁਪਨ ਅਵਸਥਾ ਵਿੱਚ ਕੁਛ ਵੀ ਸਾਨੂੰ ਇਹ ਪਤਾ ਨਹੀਂ ਲੱਗਾ। ਕੁਛ ਮੇਰੋ ਬਸ ਚਲਿਓ ਨਾ ਸਿਆਣਾ। ਮਹਾਰਾਜ ਉੱਥੇ ਮੇਰੀ ਪਛਾਣ ਦੀ ਭਾਵ ਕੋਈ ਵਾਹ ਨਾ ਚੱਲੀ, ਕੋਈ ਭਾਵ ਮੈਂ ਸਮਝ ਨਹੀਂ ਸਕਿਆ। ਤੁਮ ਆਪ ਕਰੁਣਾ ਕਰ ਸਮਝਾਵੋ। ਮਹਾਰਾਜ ਸੱਚੇ ਪਾਤਸ਼ਾਹ ਹੁਣ
ਕਿਰਪਾ ਕਰਕੇ ਕਰੁਣਾ ਕਰਕੇ ਤੁਸੀਂ ਸਮਝਾਉਣਾ ਕਰੋ। ਕਹਾਂ ਬਾਤ ਇਹ ਸਕਲ ਬਤਾਵੋ। ਸਾਰੀ ਗੱਲਬਾਤ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਦੱਸਣਾ ਕਰੋ। ਬਿਨੈ ਸੁਨਤ ਸਤਿਗੁਰੂ ਉਚਾਰੇ। ਦੀਨ ਦਿਆਲ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵਕਤ ਬਚਨ ਕਰਦੇ ਹਨ। ਪੁਰਖ ਉਦਦ ਸਤਦਰਵ ਸੋ ਨਾਰੇ। ਕਹਿੰਦੇ ਜੋ ਤੈਨੂੰ ਭਾਵ ਉਸ ਥਾਂ ਤੇ ਪੁਰਖ ਤਥਾ ਜੋ ਨਾਰੀ ਮਿਲੀ। ਭਾਵ ਪੁਰਖ ਉਦਦ ਸਮੁੰਦਰ ਰੂਪੀ ਭਾਵ ਉਹ ਪੁਰਖ ਤਥਾ ਸਤਦਰਵ ਤੋਂ ਭਾਵ ਸਤਲੁਜ ਉਹ ਨਾਰੀ। ਦੂਜੇ ਗੋਦਾਵਰੀ ਸੋ ਦਾਰਾ। ਤਥਾ ਉਸ ਦੀ ਦੂਸਰੀ ਘਰ ਵਾਲੀ ਜੋ ਗੋਦਾਵਰੀ ਨਦੀ। ਤਿਨਹੁ ਸੁਨੇਹਾ ਤੋਹੇ ਉਚਾਰਾ। ਉਹਨਾਂ ਨੇ ਤੈਨੂੰ ਇਹ ਸੁਨੇਹਾ ਦਿੱਤਾ ਹੈ ਉਹ ਧੰਨ ਬਾਬਤ ਵੀ ਜੋ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਧੰਨ ਸਤਲੁਜ ਦੇ ਅਰਪਣ ਕੀਤਾ ਉਸ ਥਾਂ ਤੇ ਦੱਬਿਆ। ਤੈਨੂੰ ਸੁਨੇਹਾ ਤੋਹੇ ਉਚਾਰਾ ਉਹ ਸੁਨੇਹਾ ਤੈਨੂੰ ਦਿੱਤਾ ਹੈ। ਸੋ ਲੇਖਾ ਹਮ ਸਮਝਹਿ ਸਾਰਾ। ਅਸੀਂ ਉਹ ਸਾਰਾ ਲੇਖਾ ਸਮਝਦੇ ਹਾਂ। ਦਰਬ ਇਕੱਤਰ ਜੋ ਤਰਿਓ ਉਦਾਰਾ। ਜਿਤਨਾ ਵੀ ਦਰਬ ਇਕੱਤਰ ਕਰਕੇ ਪੈਸਾ ਧਨ ਸੋਨਾ ਚਾਂਦੀ ਇਤਿਆਦਿਕ ਜੋ ਵੀ ਸੀ ਸਭ ਇਕੱਤਰ ਕਰਕੇ ਜੋ ਸੀ ਉੱਥੇ ਦੱਬਿਆ ਹੈ। ਸਿੱਖ ਪੁੱਤਰਾ ਕੋ ਲੈ ਹਮ ਦਹਿ। ਅਸੀਂ ਆਪਣੇ ਸਿੱਖਾਂ ਪੁੱਤਰਾਂ ਨੂੰ ਉਹ ਧਨ ਲੈ ਕਰਕੇ ਦੇਣਾ ਕਰਾਂਗੇ। ਜਬ ਹੈ ਪੰਥ ਜਗ ਮੈਂ ਹਮ ਬਿਰਦ ਹੈ। ਜਦੋਂ ਇਹ ਜਗਤ ਦੇ ਅੰਦਰ ਖਾਲਸਾ ਪੰਥ ਭਾਵ ਬਿਰਦੇਗਾ ਜਿਸ ਵਕਤ ਇਹਦਾ ਤੇਜ ਪ੍ਰਤਾਪ ਹੋਵੇਗਾ। ਰਾਜ ਕਰਨ ਕੇ ਲਾਇਕ ਹੋਵੇ। ਜਦੋਂ ਇਹ ਵੀ ਰਾਜ ਭਾਗ ਕਰਨ ਯੋਗ ਹੋ ਜਾਣਗੇ। ਆਵਣੀ ਤੇ ਦੁਸ਼ਟਨ ਕੋ ਖੋਵੇ। ਧਰਤੀ ਤੋਂ ਜਿਸ ਵਕਤ ਦੁਸ਼ਟਾਂ ਦਾ ਨਾਸ਼ ਕਰਨਗੇ। ਜਿਸ ਵਕਤ ਦੁਸ਼ਟਾਂ ਦਾ ਇਹ ਧਰਤੀ ਤੋਂ ਨਾ ਖਾਤਮਾ ਕਰਨਗੇ। ਤਿਨ ਮਹਿ ਏਕ ਸਿੱਖ ਹੋਏ ਭਾਰ। ਉਹਨਾਂ ਵਿੱਚੋਂ ਇੱਕ ਸਿੱਖ ਭਾਰੀ ਹੋਵੇਗਾ। ਇਸ ਹੱਥੀ ਲੇਖਾ ਹੋਏ ਸਾਰਾ। ਉਹਦੇ ਹੱਥੀਂ ਇਹ ਸਾਰਾ ਲੇਖਾ ਜੋਖਾ ਹੋਵੇਗਾ। ਸੋ ਲੈਵੈ ਨਿਜ ਮਾਤਾ ਸਹਿਤ। ਉਹ ਧਰਤੀ ਸਹਿਤ ਭਾਵ ਆਪਣੀ ਅਵਨੀ ਧਰਤੀ ਮਾਤਾ ਸਹਿਤ ਉਹ ਸਾਰਾ ਇਹ ਧਨ ਲਵੇ। ਸਮਝੋਗੇ ਲੇਖਾ ਹੈ ਮਹਤ। ਤਥਾ ਇਹ ਜੋ ਲੇਖਾ ਜੋਖਾ ਇਹ ਵੱਡਾ ਲੇਖਾ ਜੋਖਾ ਤੁਸੀਂ ਸਮਝੋਗੇ। ਇਸੇ ਹੇਤ ਦਵੈ ਬਾਰ ਉਚਾਰਾ। ਇਸੇ ਹਿਤ ਭਾਵ ਇਸੇ ਕਰਕੇ 2 ਵਾਰ ਇਹ ਉਚਾਰਨ ਕੀਤਾ ਹੈ। ਭਲਾ ਭਲਾ ਜੀ ਜਾਣਿਓ ਸਾਰਾ। ਤੁਸੀਂ ਇਹ ਭਲੀ ਗੱਲ ਤੁਸੀਂ ਬੁੱਝੀ ਹੈ ਗੈ ਸੱਚ ਫਕੀਰ ਹੈ ਸਾਈਂ। ਸਾਈਂ ਜੀ ਇਹ ਬਾਤ ਜੋ ਹੈ ਇਹ ਸੱਚ ਹੈ। ਇਸ ਵਿੱਚ ਰਾਈ ਮਾਤਰ ਵੀ ਝੂਠ ਨਹੀਂ। ਸਭ ਹਮ ਸਮਝੋ ਜਥਾ ਬਤਾਏ। ਜਿਵੇਂ ਅਸੀਂ ਦੱਸਣਾ ਕੀਤਾ ਹੈ ਇਸ ਬਾਤ ਨੂੰ ਸਮਝਣਾ ਕਰੋ। ਸੁਨਤ ਫਕੀਰ ਚੁਕਿਓ ਕਰ ਨਮੋ। ਜਦੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮੁਬਾਰਕ ਰਸਨਾ ਤੋਂ ਇਹ ਬੋਲ ਸੁਨੇ ਸਾਈਂ ਜੀ ਨੇ ਉਸ ਮਦਾਰ ਨੇ ਜੋ ਕਨੌਜ ਦੇਸ਼ ਤੋਂ ਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਮਕਸ਼ ਹੱਥ ਜੋੜ ਕਰਕੇ ਝੁਕ ਕੇ ਇਹਨੇ ਨਮਸਕਾਰ ਕੀਤੀ। ਬੂਝਣ ਹੇਤ ਕਹਿਓ ਤੇ ਸਮੋ। ਫਿਰ ਇਹਦੇ ਹਿਰਦੇ ਅੰਦਰ ਹੋਰ ਵੀ ਜੋ ਪ੍ਰਸ਼ਨ ਪੈਦਾ ਹੋਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਲੱਗਾ ਬੇਨਤੀ ਕਰਨਾ। ਮੋ ਕਹੋ ਲਾਭ ਕਹਾਂ ਕਛ ਹੋਵਾ। ਮਹਾਰਾਜ ਸੱਚੇ ਪਾਤਸ਼ਾਹ ਮੈਂ ਵੀ ਆਪ ਜੀਆਂ ਦੇ ਚਰਨਾਂ ਕਮਲਾਂ ਵਿੱਚ ਜੁੜਿਆ ਹਾਂ। ਸਤਿਗੁਰੂ ਜੀ ਇਤਨੀ ਦੂਰ ਤੋਂ ਚੱਲ ਕਰਕੇ ਆਇਆ ਹਾਂ ਤੇ ਮੈਨੂੰ ਵੀ ਕੁਛ ਲਾਭ ਹੋਵੇਗਾ ਕਿ ਨਹੀਂ ਹੋਵੇਗਾ। ਆਪ ਜੀਆਂ ਦੇ ਸਥਾਨ ਤੱਕ ਆਇਆ ਹਾਂ। ਦਰਸ਼ਨ ਰਾਵਰ ਕੋ ਬਰ ਜੋਬਾ। ਜੋ ਮੈਂ ਆਪ ਜੀਆਂ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਦਰਸ਼ਨ ਦਿਦਾਰੇ ਕੀਤੇ ਹਨ। ਸ਼੍ਰੀ ਕਾਲੰਗੀ ਤਰ ਤਬ ਮੁਸਕਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਤ ਸੁਣ ਕਰਕੇ ਮੁਸਕਰਾਏ ਹਨ। ਪੰਥ ਵਿਖੈ ਤੁਮ ਉਪਜਹੁ ਆਏ। ਮਹਾਰਾਜ ਸੱਚੇ
ਪਾਤਸ਼ਾਹ ਕਹਿੰਦੇ ਭਾਈ ਤੂੰ ਵੀ ਸਾਡੇ ਪੰਥ ਵਿੱਚ ਪ੍ਰਗਟ ਹੋਵੇਂਗਾ। तुम पी तप को फल होए जेता। ਤੇਰੇ ਵੀ ਪਾਸ ਜਿਤਨਾ ਇਹ ਤਪ ਇਤਿਆਦਿਕ ਜਿਤਨਾ ਵੀ ਤੇਰੇ ਕੋਲ ਇਹ ਤਪ ਇਤਿਆਦਿਕ ਹੋਵੇਗਾ ਉਹਦਾ ਫਲ ਤੈਨੂੰ ਵੀ ਨਸੀਬ ਹੋਵੇਗਾ। भोगो भोग हरख कर तेता। ਤੇ ਉਸ ਤਪ ਦਾ ਜਿਤਨਾ ਵੀ ਭਾਵ ਫਲ ਲਾਭ ਹੋਵੇਗਾ ਉਸ ਨੂੰ ਤੂੰ ਵੀ ਭੋਗਣਾ ਕਰੇਗਾ। कर राज को लेकर तरने। ਔਰ ਧਰਤੀ ਪਰ ਤੂੰ ਵੀ ਆਪਣਾ ਰਾਜ ਭਾਗ ਮਾਣੇਗਾ। जिस प्रकार के नस करने। ਔਰ ਜਿਸ ਪ੍ਰਕਾਰ ਦੀ ਭਾਵ ਤੇਰੇ ਪਾਸ ਤਪ ਇਤਿਆਦਿਕ ਜਿਸ ਪ੍ਰਕਾਰ ਦੀ ਤੇਰੀ ਕਰਨੀ ਹੋਵੇਗੀ। कृपा दृष्ट को जान फकीर। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਇਹ ਬੋਲ ਸੁਣ ਕਰਕੇ ਉਸ ਵਕਤ ਸਾਈਂ ਫਕੀਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਫਿਰ ਹੱਥ ਜੋੜ ਕਰਕੇ ਬਚਨ ਕਹਿਣ ਲੱਗੇ। ਪੁਨ ਬੋਲਿਓ ਜੁਤ ਬਿਨੈ ਗਹੀਰ। ਫਿਰ ਬਿਨੈ ਰੂਪ ਬੇਨਤੀ ਰੂਪ ਵਿੱਚ ਇਹਨਾਂ ਨੇ ਭਾਵ ਸਾਈਂ ਜੀਆਂ ਨੇ ਬਚਨ ਕਹੇ। ਭਉ ਜਲ ਤੇ ਪ੍ਰਭ ਹਮ ਹੈ ਬਚਾਵੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਫਿਰ ਇਹ ਭਵਜਲ ਦੇ ਅੰਦਰ ਹੀ ਇਹ ਗੋਤੇ ਇਤਿਆਦਿਕ ਦੁਬਾਰਾ ਫਿਰ ਜਨਮ ਹੋਵੇਗਾ ਕਿ ਇਸੇ ਜਗਤ ਦੇ ਅੰਦਰ ਜੰਮਣ ਮਰਨਾ ਲੱਗਾ ਰਹੇਗਾ। ਮਹਾਰਾਜ ਸੱਚੇ ਪਾਤਸ਼ਾਹ ਕੀ ਇਹਦੇ ਤੋਂ ਇਸ ਵਾਰੀ ਛੁਟਕਾਰਾ ਨਹੀਂ ਹੋਵੇਗਾ। ਇਹ ਇਹਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਪਾਸੋਂ ਪੁੱਛਣਾ ਕੀਤਾ ਹੈ। ਭੋਗ ਰੋਗ ਮਹਿ ਨਾਹਿਨ ਪਾਵੋ। ਸਤਿਗੁਰੂ ਮਹਾਰਾਜ ਕਿਰਪਾਲਤਾ ਕਰੋ ਹੁਣ ਇਹਨਾਂ ਭੋਗਾਂ ਰੋਗਾਂ ਦੇ ਅੰਦਰ ਜੰਮਣਾ ਮਰਨਾ ਕਦੇ ਕਿਸੇ ਵਿਹੜੇ ਅੰਦਰ ਕਦੇ ਕਿਸੇ ਵਿਹੜੇ ਅੰਦਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਇਹਨਾਂ ਭੋਗਾਂ ਰੋਗਾਂ ਸੋਗਾਂ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਚਾਉਣਾ ਕਰੋ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀਆਂ ਦੀ ਸ਼ਰਨ ਦੇ ਵਿੱਚ ਆਇਆ ਹਾਂ ਕਿਉਂਕਿ ਇਹੋ ਹੀ ਅਖੀਰ ਦੇ ਅੰਦਰ ਅੰਤ ਦੇ ਅੰਦਰ ਜਿਸ ਥਾਂ ਤੇ ਜਾ ਕੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿੱਥੇ ਜਾ ਛੁਟਕਾਰਾ ਹੋਣਾ ਹੈ ਭਾਵ ਹਮੇਸ਼ਾ ਵਾਸਤੇ ਬੰਦ ਖਲਾਸੀ ਹੋਣੀ ਹੈ। ਤੇ ਇਹੋ ਬੇਨਤੀ ਈਰ ਜੀਆਂ ਨੇ ਕੀਤੀ। ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਨਸ਼ਾਹ ਜੀਓ ਕਿਰਪਾਲਤਾ ਕਰੋ ਇਹਨਾਂ ਭੋਗਾਂ ਰੋਗਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਬਚਾਉਣਾ ਕਰੋ। ਸੱਚ ਹੱਕ ਸੋ ਮੋਹਿ ਮਿਲਾਵੋ। ਮਹਾਰਾਜ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਾਲਕ ਨਾਲ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨਾਲ ਮਿਲਾ ਦੇਵੋ। ਜਿਸ ਤੇ ਆਵਾ ਗਵਨ ਮਿਟਾਵੋ। ਜਿਹਦੇ ਨਾਲ ਸਤਿਗੁਰੂ ਜੀ ਆਵਾ ਗਵਨ ਮੇਰਾ ਮਿਟ ਜਾਵੇ। ਪਰਿਪੂਰਨ ਪਰਮਾਤਮਾ ਜੀਆਂ ਦੇ ਚਰਨਾਂ ਕਮਲਾਂ ਵਿੱਚ ਸਦੀਵੀ ਨਿਵਾਸ ਮਿਲ ਜਾਵੇ। ਸੁਣ ਸ਼੍ਰੀ ਮੁਖ ਤੇ ਮਾਲਕ ਬੋਲੇ। ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਫਿਰ ਇਹਦੇ ਹੁਣ ਇਸ ਪ੍ਰਸ਼ਨ ਦਾ ਵੀ ਮਹਾਰਾਜ ਜੀਆਂ ਨੇ ਉੱਤਰ ਦਿੱਤਾ। ਜਿਹੜੀ ਇਹਦੀ ਬੇਨਤੀ ਸੀ ਇਹ ਵਾਲੀ ਇੱਥੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ। ਸਾਈਂ ਜੀ ਪ੍ਰਭੂ ਪੂਰਾ ਤੋਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਿਪੂਰਨ ਪਰਮਾਤਮਾ ਪ੍ਰਭੂ ਪੂਰਾ ਤੋਲੇ। ਉਹ ਪੂਰਾ ਤੋਲਦਾ ਹੈ ਉਹ ਘੱਟ ਵੱਧ ਨਹੀਂ ਤੋਲਦਾ। ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾ ਹੈ। ਉਹ ਪਰਿਪੂਰਨ ਪਰਮਾਤਮਾ ਦਾ ਕੀਤਾ ਹੋਇਆ ਕਿਉਂ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਪਰਿਪੂਰਨ ਪਰਮਾਤਮਾ ਆਪ ਪੂਰਾ ਹੈ। ਪੂਰੇ ਨੂੰ ਫਿਰ ਜਿਤਨੇ ਪੂਰੇ ਦੇ ਕਾਰਜ ਨੇ ਉਹ ਕਾਰਜ ਵੀ ਪੂਰੇ ਹਨ। ਅਧੂਰੇ ਦੇ ਕਾਰਜ ਅਧੂਰੇ ਹਨ। ਕੋਈ ਘਰ ਦੇ ਅੰਦਰ ਕੋਈ ਨਿੱਕਾ ਮੋਟਾ ਕੋਈ ਕੰਮਕਾਰ ਵੀ ਕੋਈ ਕਰੇ ਤੇ ਕਈ ਵਾਰ ਕੋਲੋਂ ਕਹਿੰਦੇ ਨੇ ਵੀ ਸਲਾਹ ਲੈ ਲਵੋ। ਜੇ ਨਹੀਂ ਪਤਾ ਲੱਗਦਾ ਆਂਢ ਗੁਆਂਢ ਤੋਂ ਕੋਈ ਸ਼ਰੀਕੇ ਬਰਾਦਰੀ ਤੋਂ ਸਲਾਹ ਲੈ ਕੇ ਕੰਮ ਕਰ ਲਈਏ। ਸਲਾਹ ਲੈਣ ਦੀ ਲੋੜ ਅਧੂਰੇ ਨੇ ਭਾਈ ਉਹਨਾਂ ਨੂੰ ਸਲਾਹ ਲੈਣ ਦੀ ਲੋੜ ਪੈਂਦੀ ਹੈ। ਪੂਰੇ ਨੂੰ ਸਲਾਹ ਲੈਣ ਦੀ ਲੋੜ ਨਹੀਂ ਪੈਂਦੀ। ਉਹ ਪਰਿਪੂਰਨ ਪਰਮਾਤਮਾ ਪੂਰਾ ਹੈ। ਹੁਣ ਉਸ ਪਰਿਪੂਰਨ
परमात्मा ने जितनी ये सृष्टि इत्यादक जितने परिपूर्ण परमात्मा दे नेम दे अंदर ये चल रहा है उन्होंने पुछ के ही नहीं। क्यों? महाराज कहते भाई उन्होंने पुछण दी लोड़ ही नहीं पैंदी, वो पूरा है। पूरे का किया सब कुछ पूरा, पूरे दा कीता होया सारा कुछ ही पूरा है। घट वध किछ ना है, उहदे अंदर कोई घट कोई वध नहीं, हो सब पूरा पूरा न्याओ करे करतार। वो पूरे न्याओं दे अंदर वो परिपूर्ण परमात्मा इस प्रकार चलता है। धन गुरु गोबिंद सिंह महाराज सच्चे पातशाह जी ने फकीर साईं जी उस वक्त बोल कहे, साईं जी प्रभु पूरा तोले, वो परिपूर्ण परमात्मा आप पूरा तोलदा है। ਉਹਦੇ ਛਾਬੇ अंदर संसार वांगू नहीं कोई घट वध नहीं, ਉਹਦੇ ਛਾਬੇ अंदर ਉਹਦਾ पूरा जो न्याओ है ਉਹਦਾ पूरा न्याय ਕਰਨ वाला है। प्रभु पूरा तोले, वो पूरा तोलदा है। दोहरा पाना है इस रीत को, किस बित मिटै ना कोई। साईं जी ये परिपूर्ण परमात्मा दा हुक्म पाना है, ओदा किसी रीत नाल भाव मिट नहीं सकदा। हुक्म अंदर सब को, बाहर हुक्म न कोई। सारा ओदे हुक्म दे अंदर ही है, ओदे हुक्म तो बाहर भाव कुछ भी नहीं है। ओदी रजा दे अंदर ओदे हुक्म दे अंदर ही ये सारा कुछ है, ओदे तो बाहर नहीं। अल तर मित्र ऊपर मर्द, दोनों के दर जोए। साईं जी तल त्रिमत ऊपर मर्द, ऊपर मर्द तल त्रिमत। ऊपर मर्द भाव परिपूर्ण परमात्मा रब, तल त्रिमत, त्रिमत इस्त्री नूं कहिंदे हन, हेठां इस्त्री रूप माया, ते इन्हां दरम्यान तुसीं हो। इस दरम्यान जो आप हो, ऐसल दीदम चसम सब, साबत रह ना कोई। महाराज कहिंदे असीं ए अखीं डिठा है, ਅਸੀਂ ਇਹ ਅੱਖੀਂ ਡਿੱਠਾ ਹੈ, ਇਹਦੇ ਵਿੱਚੋਂ ਸਾਬਤ ਕੋਈ ਨਹੀਂ ਉਹ ਬਚਦਾ। ਜਿਵੇਂ ਮਹਾਰਾਜ ਜੀਆਂ ਦੇ ਬਚਨ ਆਉਂਦੇ ਨੇ ਨਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹ ਡੂਬੀਲੇ। ਮਹਾਰਾਜ ਕਹਿੰਦੇ ਹਮ ਦੇਖਾ ਤਹ ਡੂਬੀਲੇ, ਭਾਈ ਉੱਥੇ ਅੱਖੀਂ ਵੇਖੇ ਹਨ, ਡੁੱਬਦੇ ਵੇਖੇ ਹਨ। ਇੱਥੇ ਵੀ ਮਹਾਰਾਜ ਜੀ ਨੇ ਇਸੇ ਪ੍ਰਕਾਰ 10ਵੇਂ ਪਾਤਸ਼ਾਹ ਜੀ ਨੇ ਤੇ ਬਚਨ ਕੇ ਫੈਸਲ ਦੀਦਮ ਚਸ਼ਮ ਸਭ। ਜਿਵੇਂ ਸਤਿਗੁਰੂ ਧੰਨ ਗੁਰੂ ਗੋਬਿੰਦ ਨਾਨਕ ਦੇਵ ਮਹਾਰਾਜ ਜੀਆਂ ਦਾ ਇੱਕ ਪਾਵਨ ਪਵਿੱਤਰ ਸ਼ਲੋਕ ਆਉਂਦਾ ਹੈ ਵਾਰ ਮਾਝ ਕੀ ਦੇ ਅੰਦਰ, ਦੋਏ ਪੁੜ ਚੱਕੀ ਜੋੜ ਕੈ ਪੀਸਨ ਆਏ ਬਹਿਠ, ਜੋ ਦਰ ਰਹੇ ਸੋ ਉਬਰੈ ਨਾਨਕ ਅਜਬ ਡਿਠ। ਹੁਣ ਤਾਂ ਚਲੋ ਸਮੇਂ ਦੇ ਨਾਲ ਚੱਕੀਆਂ ਜੋ ਪਹਿਲਾਂ ਘਰਾਂ ਦੇ ਅੰਦਰ ਸੁਆਣੀਆਂ ਚੱਕੀਆਂ ਵੀ ਝੋਣੀਆਂ, ਪੁੜ ਦੇ ਉੱਪਰ ਪੁੜ ਰੱਖ ਕੇ ਚੱਕੀ ਝੋਣੀ, ਇੱਕ ਹੱਥ ਨਾਲ ਗੇੜਨੀ ਤੇ ਦੂਸਰੇ ਹੱਥ ਦੇ ਨਾਲ ਕੋਲੋਂ ਦਾਣੇ ਪਾਈ ਜਾਣੇ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਦਾਹਰਨ ਲਈ ਇਸ ਥਾਂ ਤੋਂ, ਕਹਿੰਦੇ ਦਾਣੇ ਪਾਈ ਗਏ, ਇੱਕ ਹੱਥ ਨਾਲ ਚੱਕੀ ਝੋਈ ਗਏ, ਇੱਕ ਹੱਥ ਨਾਲ ਪੁੜ ਦੇ ਅੰਦਰ ਭਾਵ ਚੱਕੀ ਵਿੱਚ ਦਾਣੇ ਪਾਈ ਗਏ। ਜਦੋਂ ਇੱਕ ਪੁੜ ਨੂੰ, ਇੱਕ ਪੱਥਰ ਨੂੰ ਚੁੱਕਿਆ, ਸਾਫ਼ ਕਰਨ ਲੱਗੇ, ਵੇਖਿਆ ਜਦੋਂ ਪੁੜ ਚੁੱਕਿਆ, जितने दाने सन सारे पीसे गए, बरीक दलिया हो गया, कोई मैदा आटा बन गया। पर महाराज कहते विचों कुछ दाने बच गए। महाराज केड़े बचे? धन गुरु नानक देव महाराज कहते जो दर रहे सो उबरे। जिहड़े किल्ली नाल दाने लगे रहे, किल्ली दे कोल ਉਹ ਦਾਣੇ ਬਚ ਗਏ, ਜਿਹੜੇ ਬਾਕੀ ਦੂਰ ਸਨ ਸਾਰੇ ਪੀਸੇ ਗਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਇਹ ਇਸੇ ਤਰ੍ਹਾਂ ਇਹ ਜਗਤ ਹੈ। ਜੋ ਪਰਿਪੂਰਨ ਪਰਮਾਤਮਾ ਧੁਰ ਦੇ ਨਾਲ, ਧੁਰੇ ਨਾਲ ਜਿਹੜੇ ਜੁੜੇ ਰਹੇ ਉਹ ਬਚ ਗਏ, ਬਾਕੀ ਜੋ ਸਨ ਸਾਰੇ ਉਹਦੇ ਵਿੱਚੋਂ ਪੀਸੇ ਗਏ। ਜਿਹੜੇ ਧੁਰੇ ਨਾਲ, ਆਪਣੇ ਧੁਰ ਦੇ ਨਾਲ, ਮਾਲਕ ਨਾਲ ਜਿਹੜੇ ਭਾਵ ਜੁੜੇ ਰਹੇ।
ਤੇ ਸਤਿਗੁਰੂ ਮਹਾਰਾਜ ਜੀ ਨੇ ਸਾਈਂ ਜੀ ਨੂੰ ਇਹ ਬਚਨ ਕਹੇ, ਕਹਿੰਦੇ ਤੁਸੀਂ ਇਹਦੇ ਵਿੱਚੋਂ ਨਿਰਲੇਪ ਰਹਿ ਜਾਓਗੇ, ਤੁਸੀਂ ਬਚ ਜਾਓਗੇ। ਇਸ ਦੇ ਵਿੱਚੋਂ ਤੁਸੀਂ ਨਿਰਲੇਪ ਭਾਵ ਤੁਸੀਂ ਬਚੇ ਰਹੋਗੇ, ਵਰਨਾ ਹੋਰ ਜੋ ਹੈ ਉਹ ਬਹੁਤਾਤ ਦੇ ਅੰਦਰ ਜਿਹੜੇ ਵੀ ਭਾਵ ਜੋ ਵੀ ਕਿੱਲੀ ਤੋਂ ਜਾਂ ਜੋ ਵੀ ਆਪਣੇ ਧੁਰੇ ਤੋਂ ਅਸਲੇ ਤੋਂ ਦੂਰ ਹੋ ਗਏ, ਪੇੜ ਮਡਾਹੂ ਕਟਿਆ ਤਿਸ ਡਾਲ ਸੁਕੰਦੇ। ਕੋਈ ਵੀ ਪੇੜ ਰੁੱਖ ਜੜਾਂ ਤੋਂ ਪੁੱਟਿਆ ਜਾਏ, ਫਿਰ ਭਾਵੇਂ ਉਹਨੂੰ ਕੋਈ ਬਾਹਰੋਂ ਪਾਣੀ ਦੇਈ ਜਾਏ, ਕੋਈ ਪੱਤੇ ਉਹਦੇ ਸਾਫ਼ ਕਰੀ ਜਾਏ, ਵੱਖਰੀ ਗੱਲ ਹੈ, ਪਰ ਜਦੋਂ ਕੋਈ ਮੁੱਢ ਤੋਂ ਪੱਟਿਆ ਗਿਆ ਕੱਟਿਆ ਗਿਆ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਦੇ ਪੱਤਰ ਸੁੱਕ ਜਾਂਦੇ ਹਨ। ਭਾਵੇਂ ਕੋਈ ਬਾਹਰੋਂ ਪੁੱਟੇ ਹੋਏ ਨੂੰ ਭਾਵੇਂ ਕੋਈ ਪੱਤੇ ਸਾਫ਼ ਕਰੀ ਜਾਏ, ਬਾਹਰੋਂ ਪਾਣੀ ਦੇਈ ਜਾਏ, ਪਰ ਜੇ ਕੋਈ ਜੜ ਤੋਂ ਹੀ ਪੱਟਿਆ ਗਿਆ ਰੁੱਖ, ਫਿਰ ਉਹਦਾ ਭਾਵ ਉਸ ਤਰ੍ਹਾਂ ਹਰਾ ਭਰਾ ਨਹੀਂ ਰਹਿ ਸਕਦਾ। ਹਰਾ ਭਰਾ ਰਹੇਗਾ ਕਿਵੇਂ? ਜਿਹੜਾ ਆਪਣੀ ਜੜ ਦੇ ਨਾਲ ਜੁੜਿਆ ਰਹੇਗਾ। ਜੜ ਕਿਹੜੀ ਹੈ? ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਸੇ ਕਰਕੇ ਹੀ ਜਦੋਂ ਵੀ ਭਾਵ ਕਿਸੇ ਤਰ੍ਹਾਂ ਮਾਰੂ ਹਮਲਾ ਹੋਇਆ ਕੌਮ ਤੇ ਕਿਸੇ ਤਰੀਕੇ ਨਾਲ ਵੀ ਕਿਵੇਂ ਨਾ ਕਿਵੇਂ ਗੁਰੂ ਕੇ ਸਿੱਖਾਂ ਨੂੰ ਪਾਵਨ ਪਵਿੱਤਰ ਗੁਰੂ ਕੀ ਬਾਣੀ ਤੋਂ ਦੂਰ ਕੀਤਾ ਜਾਏ, ਇਹਨਾਂ ਦੇ ਅਸਲੇ ਤੋਂ ਮੂਲ ਤੋਂ ਤੋੜ ਦਿੱਤਾ ਜਾਏ, ਇਹਨਾਂ ਨੂੰ ਇਹਨਾਂ ਦੇ ਬਾਣੀ ਤਥਾ ਬਾਣੇ ਤੋਂ ਧੁਰ ਤੋਂ ਤੋੜ ਦਿੱਤਾ ਜਾਏ, ਆਪ ਹੀ ਸੁੱਕ ਜਾਣਗੇ। ਫਿਰ ਉਹ ਭਾਵੇਂ ਰੁੱਖ ਭਾਵੇਂ ਕਿਤਨਾ ਬਾਹਰੋਂ ਭਾਵੇਂ ਕੋਈ ਤਰ੍ਹਾਂ ਪਾਣੀ ਮਾਲੀ ਜਿਤਨਾ ਮਰਜੀ ਪਾਣੀ ਦਈ ਜਾਏ, ਪੱਤੇ ਸਾਫ਼ ਕਰੀ ਜਾਏ, ਫਿਰ ਉਹਦਾ ਕੋਈ ਮੂਲ ਫਾਇਦਾ ਨਹੀਂ। ਕਿਉਂ? ਕਿਉਂਕਿ ਜਦੋਂ ਕੋਈ ਜੜ ਤੋਂ ਪੁੱਟਿਆ ਗਿਆ, ਜੜ ਤੋਂ ਕੱਟਿਆ ਗਿਆ। ਸਤਿਗੁਰੂ ਜੀ ਨੇ ਉਦਾਹਰਨ ਦਿੱਤੀ ਹੈ ਬਾਣੀ ਅੰਦਰ, ਪੇੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਸੋ ਜੋ ਕਥਾ ਕਹਾਣੀ ਹੈ ਜਾਂ ਗੁਰੂ ਕੀਆਂ ਸਾਖੀਆਂ ਹਨ, ਇਹ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਜੋ ਕਥਾ ਵਿਚਾਰ ਹੁੰਦੀ ਹੈ, ਆਪਾਂ ਬਚਨ ਇੱਕ ਪੜ੍ਹਨੇ ਹਾਂ, ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਭਾਈ ਇਹ ਜੀਵਨ ਦੇ ਅੰਦਰ ਚੱਲਣ ਦੇ ਵਾਸਤੇ, ਜੀਵਨ ਅੰਦਰ ਆਪਣੀ ਘਾੜਤ ਘੜਨ ਦੇ ਵਾਸਤੇ, ਜੀਵਨ ਦੇ ਅੰਦਰ ਇਹਨਾਂ ਉੱਪਰ ਚੱਲ ਕਰਕੇ ਕੌਮਾਂ ਦੀ ਘਾੜਤ ਘੜੀ ਜਾਂਦੀ ਹੈ। ਸੋ ਰੋ ਵਿਚਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਇਹ ਵਾਲੇ ਬਚਨ ਸਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਈਂ ਨੂੰ ਕਹੇ ਹਨ। ਸੁਣ ਕਲੰਗੀ ਧਰ ਕੇ ਬਚਨ, ਖੁਸ਼ੀ ਪਇਓ ਮਨ ਮਾਹੇ। ਮਹਾਰਾਜ ਜੀਆਂ ਤੋਂ ਬੋਲ ਸੁਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਬੜਾ ਹੀ ਚਿੱਤ ਦੇ ਅੰਦਰ ਪ੍ਰਸੰਨ ਹੋਏ, ਕਿਉਂਕਿ ਉਹ ਵੀ ਰੱਬ ਰੰਗੀ ਰੂਹ ਸੀ। ਮਾਲਕ ਸੱਚੇ ਪਾਤਸ਼ਾਹ ਜੀਆਂ ਦੇ ਪਿਆਰ ਵਾਲੇ ਸਨ, ਉਹ ਵੀ ਪਰੋਤੇ ਹੋਏ ਸਨ, ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਜੀਵਨ ਦੀ ਸੇਧ ਲੈਣ ਵਾਸਤੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰੂਪੀ ਚਸ਼ਮੇ ਤੋਂ ਆਪਣੀ ਅੰਦਰ ਦੀ ਪਿਆਸ ਬੁਝਾਉਣ ਵਾਸਤੇ ਜੋ ਆਏ ਸਨ, ਬੜੇ ਮਨ ਦੇ ਅੰਦਰ ਪ੍ਰਸੰਨ ਹੋਏ। ਜਿਤ ਇੱਛਾ ਤਿਤ ਕੋ ਗਇਓ, ਗੁਰ ਦਰਸ਼ਨ ਕੋ ਚਾਹੇ। ਫਿਰ ਭਾਈ ਉਸ ਥਾਂ ਤੇ ਕੁਝ ਇੱਕ ਰੋਜ਼ ਉਹ ਮਦਾਰ ਉਸ ਥਾਂ ਤੇ ਰਹੇ, ਫਿਰ ਆਪਣੇ ਚਿੱਤਰ ਚਿੱਤ ਕੀਤਾ ਉਸ ਪਾਸੇ ਨੂੰ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਆਗਿਆ ਲੈ ਕਰਕੇ ਉਹ ਚਲੇ ਗਏ। ਦੋਹਰਾ ਸੋ ਪਤੇ ਨਿਸਮਹਿ ਸਤਿਗੁਰੂ, ਮਨ ਭਾਵਤ ਕਰ ਖਾਨ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਆਪਣੇ ਮਹਿਲਾਂ ਨੂੰ ਚਲੇ ਗਏ। ਰਾਤਰੀ ਵਿਸ਼ਰਾਮ ਅੰਦਰ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਭੋਜਨ ਪ੍ਰਸ਼ਾਦ ਛਕ ਕਰਕੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਰਾਮ ਵਿੱਚ ਗਏ ਹਨ। ਅੰਮ੍ਰਿਤ ਵੇਲਾ ਮਹਿ ਉੱਠੇ, ਕੀਨੋ ਸੋਚ ਸਨਾਨ। ਔਰ ਅੰਮ੍ਰਿਤ ਵੇਲੇ ਉੱਠ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਹੁੰ ਇਸ਼ਨਾਨ ਕਰਨ ਉਪਰੰਤ ਪਾਵਨ ਪਵਿੱਤਰ ਉਸ ਮਾਲਕ ਦੇ ਧੁਰ ਧਿਆਨ ਦੇ ਅੰਦਰ ਜੁੜੇ ਹਨ। ਚੌਪਾਈ ਬਸਤਰ ਸ਼ਸਤਰ ਕੋ ਪਹਿਰਨ ਕਰਕੇ। ਸਤਿਗੁਰੂ ਜਿਸ ਵਕਤ ਦੀਵਾਨ ਦਾ ਵੇਲਾ ਹੋਇਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਸਤਰ ਸ਼ਸਤਰ ਪਹਿਰ ਕਰਕੇ
ਸੁੰਦਰ ਅੰਗ ਵਿਭੂਖਣ ਧਰ ਕੈ ਸੁੰਦਰ ਅੰਗਾਂ ਪਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਹਣੇ ਵਿਭੂਖਣ ਸਜਾਏ ਹਨ। ਸਭਾ ਵਿਖੈ ਕਲੰਗੇ ਤਰ ਆਏ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਭਾ ਦੇ ਅੰਦਰ ਦਰਬਾਰ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ। ਚਾਮੀ ਕਰ ਪ੍ਰਿਯੰਕਾ ਜਿਸ ਥਾਏ ਜਿਸ ਥਾਂ ਤੇ ਸੁਨਹਿਰਾ ਪਲੰਗ ਚਾਮੀ ਕਾਰ ਜਿਸ ਥਾਂ ਤੇ ਸੁਨਹਿਰਾ ਆਸਨ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਲੱਗਾ ਹੋਇਆ ਸੀ। ਆਸ ਤਰਨ ਮਖ ਮਲ ਕੋ ਕਸਿਓ ਉਸ ਥਾਂ ਤੇ ਸੁੰਦਰ ਭਾਵ ਜੋ ਬਸਤਰ ਮਖਮਲੀ ਬਸਤਰ ਵਿਛਿਆ ਹੋਇਆ। ਜਰੀ ਸਹਿਤ ਗੁਫਣ ਤੁਯ ਲਸਿਓ ਜਰੀ ਸਹਿਤ ਜਿਹਦਾ ਭਾਵ ਜਰੀ ਸਹਿਤ ਜੋ ਗੁੱਛੇ ਇਤਿਆਦਕ ਸੰਜ ਦੇ ਕੱਸੇ ਹੋਏ। ਇਸ ਪਰ ਥਿਰੇ ਵਿਸਾਲ ਕਿਰਪਾਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨ ਦੁਨੀਆ ਦੇ ਵਾਲੀ ਆਣ ਕਰਕੇ ਉਹਦੇ ਉੱਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹਨ। ਆਏ ਖਾਲਸਾ ਗਣ ਤਿਸ ਕਾਲਾ ਔਰ ਹੋਰ ਜਿਤਨੀਆਂ ਵੀ ਸਿੱਖ ਸੰਗਤਾਂ ਉਸ ਥਾਂ ਤੇ ਗੁਰੂ ਕਾ ਖਾਲਸਾ ਜੁੜਿਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਉਸ ਥਾਂ ਤੇ ਉੱਥੇ ਹੋਰ ਵੀ ਆਣ ਕਰਕੇ ਸਤਿਗੁਰੂ ਜੀਆਂ ਦੇ ਦਰਬਾਰ ਦੇ ਅੰਦਰ ਸੰਗਤਾਂ ਜੁੜੀਆਂ ਖਾਲਸਾ ਜੁੜਿਆ ਹੈ। ਨਮੋ ਕਰਤ ਅਰ ਬੈਠਤ ਹੀਰੇ ਸਤਿਗੁਰੂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕਰਕੇ ਨਮਸਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਗੁਰੂ ਕਾ ਖਾਲਸਾ ਬੈਠ ਗਿਆ। ਲੱਗਿਓ ਦੀਵਾਨ ਆਨ ਤਿਸ ਬੇਰੇ ਔਰ ਉਸ ਵਕਤ ਦੀਵਾਨ ਆਰੰਭ ਹੋਇਆ। ਹੇ ਮਸ ਹੇ ਮਲ ਟਕਾ ਤਾਰਨ ਕਰੇ ਸਤਿਗੁਰੂ ਜੀਆਂ ਦੇ ਸਮਕਸ਼ ਚੋਬਦਾਰ ਜੋ ਖਲੋਤੇ ਹਨ ਉਹਨਾਂ ਕੋਲ ਸੁਨਹਿਰੀਆਂ ਚੋਬਾਂ ਮਹਾਰਾਜ ਜੀਆਂ ਦੇ ਸਮਕਸ਼ ਜੋ ਖਲੋਤੇ ਹਨ ਹੱਥਾਂ ਅੰਦਰ ਹੇਮ ਲਸਟਕਾ ਭਾਵ ਸੋਨੇ ਦੀਆਂ ਚੋਬਾਂ ਪਕੜੀਆਂ ਹੋਈਆਂ। ਆਗੇ ਚੋਬਦਾਰ ਤਹਿ ਖਰੇ ਉਸ ਥਾਂ ਤੇ ਜੋ ਚੋਬਦਾਰ ਹਨ ਸ੍ਰੀ ਮੁਖ ਤੇ ਤਬ ਹੁਕਮ ਬਖਾਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹੁਣ ਜੋ ਦਰਬਾਰ ਹੈ ਰਾਜਸੀ ਠਾਠ ਬਾਗ ਹੈ। ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਇਹ ਰਾਜਸੀ ਕਿਉਂਕਿ ਇਹੋ ਹੀ ਤਾਂ ਪਹਾੜੀ ਰਾਜਿਆਂ ਤੋਂ ਜਰਿਆ ਨਹੀਂ ਗਿਆ ਵੀ ਸਾਡੇ ਨਾਲੋਂ ਵੱਧ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦਰਬਾਰ ਦੀ ਚੜ੍ਹਾਈ ਤੇ ਆਦਿਕ ਹੋਵੇ। ਹੁਣ ਜਿਨ੍ਹਾਂ ਦੇ ਚੋਬਦਾਰਾਂ ਦੇ ਹੱਥਾਂ ਅੰਦਰ ਸੋਨੇ ਦੀਆਂ ਚੋਬਾਂ ਹੋਣ ਉਹ ਦਰਬਾਰ ਪਹਾੜੀ ਰਾਜੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਮੰਗਣ ਵੀ ਤਾਂ ਆਏ ਸਨ ਨਾ ਸਾਜੋ ਸਮਾਨ ਵੀ ਪੁੱਤਰ ਦੀ ਸ਼ਾਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਥੋੜੇ ਦਿਨਾਂ ਵਾਸਤੇ ਉਧਾਰੇ ਦੇ ਦਿਓ। ਹੁਣ ਰਾਜਾ ਮੰਗਣ ਵਾਸਤੇ ਆਇਆ ਹੈ ਆਪਣੇ ਆਪ ਨੂੰ ਉਹ ਰਾਜੇ ਕਹਾਉਂਦੇ ਹਨ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲੋਂ ਮੰਗਣ ਵਾਸਤੇ ਆਏ। ਪਰ ਮਹਾਰਾਜ ਉਹਨਾਂ ਦੀ ਨੀਤ ਵੇਖ ਕੇ ਸਾਨੂੰ ਫਿਰ ਸਾਰੀ ਜੋ ਕਥਾ ਵਾਰਤਾ ਆਪ ਸਾਰੇ ਸਰਵਣ ਕਰਦੇ ਹੋ। ਸੋ ਕਹਿਣ ਤੋਂ ਮੁਰਾਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਜੋ ਰਾਜਸੀ ਠਾੜ ਬਾਗ ਹੈ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਵੇਖ ਕਰਕੇ ਉਹਨਾਂ ਤੋਂ ਜਰਿਆ ਨਹੀਂ ਜਾਂਦਾ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਰੇ ਦਰਬਾਰ ਅੰਦਰ ਆਏ ਹਨ। ਸੰਗਤਾਂ ਉਮੜ ਕਰਕੇ ਆਈਆਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਸ ਵਕਤ ਬਚਨ ਕਹੇ ਗੁਣੇ ਕਵੀ ਸੁਰ ਪੰਡਤ ਨਾਨਾ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਜਿਹੜੇ ਉੱਥੇ 52 ਤਾਂ ਪ੍ਰਮੁੱਖ ਕਵੀ ਹਨ ਸਾਧ ਸੰਗਤ ਜੀਓ ਜਿਹੜੇ ਸਤਿਗੁਰੂ ਜੀਆਂ ਦੇ ਦਰਬਾਰ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਪਾਸ ਜਿਹੜੇ 52 ਪ੍ਰਮੁੱਖ ਕਵੀ ਹੋਰ ਵੀ ਉਹਨਾਂ ਥਾਵਾਂ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਕਵੀ ਲੋਕ ਆਉਂਦੇ ਰਹੇ ਸਨ ਵੱਖ-ਵੱਖ ਥਾਵਾਂ ਤੋਂ। ਜਿਵੇਂ ਕਿਸੇ ਕਵੀ ਨੇ ਆਪਣੀ ਕੋਈ ਲਿਖਤ ਲਿਖਣੀ ਤੇ ਕਵੀ ਨੂੰ ਲੱਗਣਾ ਵੀ ਮੇਰੀ ਲਿਖਤ ਦਾ ਮੁੱਲ ਕਿੱਥੇ ਪੈ ਸਕਦਾ ਹੈ। ਮੈਂ ਹੁਣ ਕੋਈ ਲੇਖਕ ਹੋਵੇ ਕੋਈ ਕਵੀ ਹੋਵੇ ਉਹਨੂੰ ਵੀ ਹੁੰਦਾ ਹੈ ਵੀ ਕਿਉਂਕਿ ਉਹਦੀ ਵੀ ਰੋਜੀ ਰੋਟੀ ਉਹਦੇ ਨਾਲ ਚੱਲਦੀ ਹੈ। ਕਿਸੇ ਕਵੀ ਨੇ ਕੋਈ ਕਵਿਤਾ ਲਿਖਣੀ ਕੋਈ ਬੜੀ ਭਾਰਾ ਕੋਈ ਛੰਦ ਇਤਿਆਦਿ ਤੇ ਚਿੱਤ ਵਿੱਚ ਹੋਣਾ ਵੀ ਮੈਂ ਕਿਹੜੀ ਥਾਂ ਤੇ ਕਿੱਥੇ ਜਾਵਾਂ ਵੀ ਜਿੱਥੇ ਜਾ ਕਰਕੇ ਮੇਰੀ ਇਸ ਰਚਨਾ ਦਾ ਮੇਰੀ ਲਿਖਣੀ ਦਾ ਮੇਰੇ ਸਾਹਿਤ ਦਾ ਕੋਈ ਮੁੱਲ ਪੈ ਸਕੇ। ਮੁੱਲ ਪਵੇਗਾ ਉਸ ਥਾਂ ਤੇ ਜਿੱਥੇ ਕੋਈ ਚਾਰ ਭਾਈ ਕੋਈ ਪੈਸੇ ਉਹਨੂੰ ਦੇ ਦੇਵੇ ਉਸ ਦੇ ਬਦਲੇ।
ਸਤਿਗੁਰੂ ਮਹਾਰਾਜ ਜੀਆਂ ਦੇ ਦਰਬਾਰ ਦੇ ਅੰਦਰ ਕਵੀ ਲੋਕ, ਗੁਣੀ ਜਨ ਲੋਕ, ਵਿਦਵਾਨ ਲੋਕ ਮਹਾਰਾਜ ਜੀਆਂ ਦੇ ਦਰਬਾਰ ਦੇ ਅੰਦਰ ਜੁੜਦੇ ਰਹੇ ਹਨ। ਹੁਣ ਵੀ ਕਵੀ ਦਰਬਾਰ ਹੁੰਦੇ ਹਨ। ਉਸ ਵੇਲੇ ਨੂੰ ਯਾਦ ਕਰਕੇ ਜੋ ਪਾਉਂਟਾ ਸਾਹਿਬ ਦੇ ਪਾਵਨ ਸਥਾਨ ਤੇ, ਆਨੰਦਪੁਰ ਸਾਹਿਬ ਦੇ ਪਾਵਨ ਮੁਬਾਰਕ ਸਥਾਨਾਂ ਤੇ ਹੁਣ ਵੀ ਕਵੀ ਦਰਬਾਰ ਹੁੰਦੇ ਨੇ। ਮਹਾਰਾਜ ਜੀਆਂ ਨੇ ਉਸ ਵਕਤ ਆਵਾਜ਼ਾ ਦਿੱਤਾ, ਭਾਈ ਤੁਸੀਂ ਕਵੀਆਂ ਨੂੰ ਬੁਲਾ ਕਰਕੇ ਲੈ ਕੇ ਆਓ, ਜੋ ਵਿਦਵਾਨ ਜਨ ਹਨ ਉਹਨਾਂ ਨੂੰ ਤੁਸੀਂ ਬੁਲਾ ਕੇ ਲਿਆਵੋ। ਸਾਬਹਿਨ ਕੋ ਹਕਾਰ ਲੈ ਆਵੋ, ਸਾਰਿਆਂ ਨੂੰ ਤੁਸੀਂ ਆਵਾਜ਼ਾਂ ਮਾਰ ਕੇ ਹਕਾਰ ਕੇ ਲੈ ਕਰਕੇ ਆਉਣਾ ਕਰੋ। ਜਹ ਜਹ ਡੇਰੇ ਤਹਾਂ ਸਿਧਾਵੋ, ਜਿੱਥੇ ਜਿੱਥੇ ਭਾਈ ਕੋਈ ਡੇਰਿਆਂ ਦੇ ਅੰਦਰ ਵੱਖ-ਵੱਖ ਥਾਵਾਂ ਤੇ ਜਿੱਥੇ ਜਿੱਥੇ ਵੀ ਕੋਈ ਬੈਠੇ ਤੁਸੀਂ ਆਵਾਜ਼ਾਂ ਦੇਵੋ। ਸੁਣ ਕੈ ਸਭ ਤਤਕਾਲ ਬੁਲਾਏ, ਮੈਂ ਛੇਤੀ ਮਹਾਰਾਜ ਜੀਆਂ ਦਾ ਹੁਣ ਹੁਕਮ ਸੀ, ਛੇਤੀ ਉਹਨਾਂ ਸੁਨੇਹਾ ਭੇਜਣਾ ਕੀਤਾ। ਇਨ ਕੇ ਦੈ ਹੋ ਨਾਮ ਬਤਾਏ, ਤੇ ਕਵੀ ਜੀ ਲਿਖਦੇ, ਭਾਈ ਮੈਂ ਉਹਨਾਂ ਦੇ ਕੁਝ ਇੱਕ ਦੇ ਨਾਮ ਆਪ ਜੀਆਂ ਨੂੰ ਦੱਸਣਾ ਕਰਦਾ ਹਾਂ। ਕੇਸੋ ਦਾਸ ਪੁੱਤਰ ਕੁਵੇਸਰ, ਕੇਸੋ ਪੁੱਤਰ, ਕੇਸੋ ਦਾਸ ਦਾ ਪੁੱਤਰ ਜੋ ਕਵਰੇਸ਼ ਹੈ। ਦ੍ਰੋਣ ਪਰਵ ਜਿਨ ਕੇਨ ਅਸੇਸ, ਜਿਨਨੇ ਮਹਾਭਾਰਤ ਦੇ ਵਿੱਚੋਂ ਦ੍ਰੋਣ ਪਰਵ ਦਾ ਭਾਵ ਉਲੱਥਾ ਕੀਤਾ ਤੇ ਨਾਲ ਜਿਨਨੇ ਸਮੇਂ ਦੇ ਨਾਲ ਭਾਵ ਦ੍ਰੋਣ ਪਰਵ ਉਹਨੂੰ ਅਨੁਵਾਦ ਕੀਤਾ, ਉਸ ਕੁਵਰੇਸ਼ ਗੁਣੀ ਜਨ ਜੋ ਕਵੀ ਹੈ। ਗੁਣਿਆ ਸੁਖਿਆ ਭੱਲਵ ਆਇਓ, ਇੱਕ ਕੁਵਰੇਸ਼, ਦੂਸਰੇ ਕਵੀ ਗੁਣੀਆਂ ਉਹਦਾ ਨਾਮ ਹੈ, ਤੀਸਰਾ ਸੁਖੀਆ ਕਵੀ, ਚੌਥਾ ਭੱਲਵ। ਇਹ ਉਹਨਾਂ ਦੇ ਨਾਮ ਲਿਖੇ ਹਨ। ਧਿਆਨ ਸਿੰਘ ਗੁਰ ਦਰਸ਼ਨ ਪਾਇਓ, ਮਹਾਰਾਜ ਜੀਆਂ ਦੇ ਕੋਲ ਆਏ ਧਿਆਨ ਸਿੰਘ ਉਹਨਾਂ ਦਾ ਨਾਮ। ਇਹ ਵੀ ਸ਼ਹਿਨਸ਼ਾਹ ਜੀਆਂ ਦੇ ਚਰਨਾ ਕਮਲਾਂ ਅੰਦਰ ਭਾਈ ਧਿਆਨ ਸਿੰਘ ਵੀ ਆਣ ਕਰਕੇ ਬੈਠੇ ਹਨ। ਇਤਿਆਦਕ ਪਹੁੰਚੇ ਕੁਛ ਔਰ, ਇਸ ਤਰੀਕੇ ਨਾਲ ਸਾਧ ਸੰਗਤ ਜੀਓ ਕੁਝ ਹੋਰ ਵੀ ਆਣ ਕਰਕੇ ਗੁਰਦੇਵ ਮਹਾਰਾਜ ਜੀਆਂ ਦੇ ਕੋਲ ਜਿਹੜੇ ਕੋਈ ਕਵੀ ਲੋਕ ਸਨ ਉਹ ਵੀ ਆਣ ਕਰਕੇ ਜੁੜੇ ਹਨ। ਬਦਤ ਭੇ ਸੋਢੀ ਸਿਰ ਮੋਰ, ਔਰ ਸੋਢੀ ਸਿਰ ਮੋਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਨਮਸਕਾਰ ਕਰਕੇ ਬੈਠ ਗਏ। ਸਾਦਰ ਬੈਠੇ ਸਭਾ ਮਝਾਰੇ, ਸਾਦਰ ਬੈਠੇ ਆਣ ਕਰਕੇ ਸਭਾ ਦੇ ਅੰਦਰ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਣ ਸ਼ੋਭਤ ਹੋਏ। ਸਭ ਪੁੱਤ ਸ਼੍ਰੀ ਪ੍ਰਭੂ ਗਿਰਾ ਉਚਾਰੇ, ਉਹਨਾਂ ਪ੍ਰਤੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਵੀਆਂ ਦੇ ਪ੍ਰਤੀ, ਉਹਨਾਂ ਪ੍ਰਤੀ ਜੋ ਲੇਖਕ ਗੁਣੀ ਹਨ ਉਹਨਾਂ ਪ੍ਰਤੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕਹੇ। ਤੁਮ ਸਗਲੇ ਬੁੱਧਵੰਤ ਵਿਸਾਲੇ, ਮਹਾਰਾਜ ਕਹਿੰਦੇ ਭਾਈ ਤੁਸੀਂ ਬੜੇ ਸਿਆਣੇ ਲੋਕ ਹੋ, ਤੁਸੀਂ ਬੜੇ ਬੁੱਧੀ ਵਾਲੇ ਲੋਕ ਹੋ, ਬੁੱਧਵੰਤ ਵਿਸਾਲੇ ਹੋ, ਵਿਦਵਾਨ ਜਨ ਹੋ। ਹੁਣ ਵਿਦਵਾਨ ਜਨਾਂ ਨੇ ਭਾਵ ਜੋ ਸੰਸਾਰ ਨੂੰ, ਲੁਕਾਈ ਨੂੰ ਸਿੱਧੇ ਰਸਤੇ ਪਾਉਣ ਵਾਲੇ ਕਾਰਜ ਕਰਨੇ। ਪਰੰਤੂ ਹੁਣ ਤਾਂ ਜਿਵੇਂ ਆਪਾਂ ਵੇਖਨੇ ਹਾਂ, ਹੁਣ ਜੇ ਕਿਸੇ ਨੇ ਹੱਥ ਦੇ ਅੰਦਰ ਕਲਮ ਪਕੜੀ ਹੈ, ਜਾਂ ਜਿਹੜੇ ਕਈ ਵਾਰ ਕਹਿੰਦੇ ਨਾ ਫੇਸਬੁੱਕੀਏ ਵਿਦਵਾਨ, ਬਈ ਜਿਨ੍ਹਾਂ ਕੇਵਲ ਬਖੇੜੇ ਹੀ ਬਖੇੜੇ ਖੜੇ ਕਰਨੇ ਹਨ, ਕੇਵਲ ਬਖੇੜੇ ਹੀ ਹਨ। ਕਿਤਨੇ ਰੋਜ਼ਾਨਾ ਆਪਾਂ ਵੇਖਨੇ ਹਾਂ। ਵਿਚਾਰ ਕਰਨੀ ਹੈ, ਵਿਚਾਰ ਪ੍ਰਾਤਨ ਸਮੇਂ ਸਤਿਗੁਰੂ ਮਹਾਰਾਜ ਜੀਆਂ ਦੇ ਵੇਲੇ ਵੀ ਹੁੰਦੀ ਆਈ ਹੈ। ਜਿਵੇਂ ਪਿੱਛੇ ਆਪਾਂ ਕਵੀ ਸੰਤੋਖ ਸਿੰਘ ਜੀਆਂ ਨੇ ਹੀ ਉਦਾਹਰਣ ਦਿੱਤੀ ਸੀ, ਕਹਿੰਦੇ ਵਿਚਾਰ ਹੋਵੇ ਇਸ ਤਰੀਕੇ ਨਾਲ ਹੋਵੇ ਜਿਵੇਂ ਇੱਕ ਸੁਆਣੀ ਮੰਥਨ ਕਰਦੀ ਹੈ, ਦੁੱਧ ਰਿੜਕਦੀ ਹੈ। ਨੇਤਰਾ ਪਾਇਆ ਹੋਵੇ, ਇੱਟੀਆਂ ਪਕੜੀਆਂ ਹੋਣ, ਪਹਿਲਾਂ ਇੱਕ ਰੱਸੀ ਨੂੰ ਖਿੱਚੇ, ਫਿਰ ਖੱਬੇ ਹੱਥ ਨਾਲ ਦੂਸਰੀ ਖਿੱਚਿਆ, ਫਿਰ ਖਿੱਚਿਆ। ਕਹਿੰਦੇ ਮੰਥਨ ਕਰੀਏ ਇੱਕ ਇਸ ਤਰੀਕੇ ਨਾਲ ਜਿਹਦੇ ਵਿੱਚੋਂ, ਵਿਚਾਰ ਦੇ ਵਿੱਚੋਂ, ਉਹਦੇ ਵਿੱਚੋਂ ਮੱਖਣ ਨਸੀਬ ਹੋ ਜਾਏ। ਕਿਸੇ ਨਾ ਕਿਸੇ ਬੰਦਾ ਮੰਜ਼ਿਲ ਤੇ ਕੋਈ ਨਾ ਕੋਈ ਵਿੱਚੋਂ ਤੱਤ ਪ੍ਰਾਪਤ ਹੋ ਜਾਏ। ਖਿੱਚਿਆ ਤਾਂ ਰੱਸੀ ਨੂੰ ਇੱਕ ਹੱਥ ਨਾਲ ਖਿੱਚਿਆ, ਫਿਰ ਦੂਸਰੀ ਮੰਥਨ ਕੀਤਾ, ਵਿਚਾਰ ਕੀਤੀ। ਚਲੋ ਇਹ ਤਾਂ ਹੋਇਆ ਫਾਇਦਾ ਮੰਥਨ ਕਰਨ ਦਾ। ਇੱਕ ਨੇ ਇੱਕ ਸਿਰਾ ਪਕੜ ਲਿਆ, ਦੂਸਰੇ ਨੇ ਦੂਸਰਾ ਸਿਰਾ ਪਕੜ ਲਿਆ। ਉਹ ਕਹਿੰਦਾ ਮੈਂ ਨਾ ਮਾਨੂ, ਉਹ ਕਹਿੰਦਾ ਮੈਂ ਨਾ ਮਾਨੂ। ਦੋਵੇਂ ਖਿੱਚੀ ਜਾ ਰਹੇ ਹਨ ਰੱਸਿਆਂ ਨੂੰ, ਤੇ ਹੋਇਆ ਕੀ? ਰੱਸਾ ਟੁੱਟ ਗਿਆ। ਵਿਚਾਰ ਫਿਰ ਕੀ ਹੈ?
ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਟੋਲ। ਫਿਰ ਪਹਿਲਾਂ ਮੰਦੇ ਬੋਲਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ। ਬੁਰੇ ਬੋਲਾਂ ਨਾਲ ਜੇ ਕਿਸੇ ਨੇ ਬੁਰੇ ਬੋਲ ਬੋਲੇ ਤੇ ਉਹਦੇ ਨਾਲ ਪ੍ਰੀਤ ਜਿਹੜੀ ਸੀ ਪ੍ਰੀਤ ਟੁੱਟ ਗਈ। ਹੁਣ ਪ੍ਰੀਤ ਗਾੜੀ ਤਾਂ ਹੋਣੀ ਨਹੀਂ ਸੀ ਮੰਦੇ ਬੋਲਾਂ ਨਾਲ। ਜ਼ਖਮ ਦੇ ਤਾਂ ਜਿਵੇਂ ਸਿਆਣੇ ਇਸ ਪ੍ਰਕਾਰ ਕਹਿੰਦੇ ਹਨ ਭਾਈ, ਜਿਵੇਂ ਕੋਈ ਜ਼ਖਮਾਂ ਦੇ ਫੱਟ ਤਾਂ ਮਿਲ ਜਾਂਦੇ ਨੇ ਪਰ ਬੋਲਾਂ ਦੇ ਫੱਟ ਉਹ ਜਿਹੜੇ ਉਹ ਨਹੀਂ ਮਿਟਦੇ। ਟੂਟ ਪ੍ਰੀਤ ਗਈ ਬੁਰ ਬੋਲ। ਤੇ ਫਿਰ ਉਹਦੇ ਨਾਲ ਹੋਇਆ ਕਿ ਇੱਕ ਨੇ ਇਹ ਬੋਲ ਕਿਹਾ, ਦੂਸਰੇ ਨੇ ਇਹ ਕਿਹਾ। ਜਿਹੜਾ ਸੀ ਰੱਸਾ ਵਿਚਾਰ ਰੂਪੀ ਰੱਸਾ, ਉਹ ਤਾਂ ਚਲੋ ਗੱਲ ਭੁੱਲ ਗਏ, ਉਹ ਫਿਰ ਟੁੱਟ ਗਿਆ। ਫਿਰ ਬਖੇੜੇ ਪੈਦਾ ਹੋ ਗਏ। ਫਿਰ ਇੱਕ ਦੂਸਰੇ ਨੂੰ ਵੇਖ ਕਰਕੇ ਭਾਈ ਇਹ ਫਲਾਣੇ ਸੰਪਰਦਾਇਕ ਹੈ, ਫਲਾਣੀ ਸੰਪਰਦਾਇਕ ਹੈ, ਜਿਹਦੇ ਨਾਲ ਫਿਰ ਪੰਥ ਦੇ ਅੰਦਰ ਜਾਂ ਕਿਸੇ ਵੀ ਥਾਂ ਦੇ ਘਰ ਦੇ ਅੰਦਰ ਹੀ ਭਾਵੇਂ ਕਿਉਂ ਨਾ ਹੋਵੇ, ਪੰਥ ਵਿੱਚ ਵੀ ਭਾਵੇਂ ਕਿਉਂ ਨਾ ਹੋਵੇ ਭਾਈ, ਫਿਰ ਉਹ ਘਾਟੇ ਵਾਲਾ ਸੌਦਾ ਹੈ, ਲਾਹੇ ਵਾਲਾ ਸੌਦਾ ਨਹੀਂ ਹੈ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਵਾਜ਼ਾ ਦਿੱਤਾ ਭਾਈ ਇਹਨਾਂ ਕਵੀਆਂ ਨੂੰ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਸਿਆਣੇ ਲੋਕ ਹੋ, ਬੁੱਧੀ ਵਾਲੇ ਬੁੱਧਵੰਤ ਬਸਾਲੇ ਹੋ, ਤੁਸੀਂ ਬੈਠਣਾ ਕਰੋ। ਕਰੋ ਵਿਚਾਰਨ ਵਿਦਿਆ ਜਾਲੇ। ਜੋ ਤੂੰ ਵਿਚਾਰ ਹੈ ਆਓ ਬੈਠ ਕਰਕੇ ਆਪਾਂ ਕੋਈ ਵਿਚਾਰ ਕਰੀਏ। ਕਹਤੇ ਸੁਪਨਾ ਪਾਵਹਿ ਪ੍ਰਾਨੀ। ਪ੍ਰਾਣੀ ਨੂੰ ਸੁਪਨਾ ਕਿਉਂ ਆਉਂਦਾ ਹੈ ਤੁਸੀਂ ਇਹ ਦੱਸਣਾ ਕਰੋ, ਵਿਚਾਰ ਕਰਨਾ ਕਰੋ। ਕਿਉਂਕਿ ਉਹਨਾਂ ਵੇਲਿਆਂ ਦੇ ਅੰਦਰ ਜਿਹੜੇ ਅੰਮ੍ਰਿਤ ਵੇਲੇ ਦੀ, ਜਿਵੇਂ ਅੱਜ ਵੀ ਪੰਥਕ ਮਰਿਆਦਾ ਅੰਮ੍ਰਿਤ ਵੇਲੇ ਸ਼ਬਦ ਦੀ ਵਿਚਾਰ ਕਰਨੀ, ਔਰ ਸ਼ਾਮ ਦੇ ਵੇਲੇ ਸੰਧਿਆ ਵੇਲੇ ਗੁਰ ਇਤਿਹਾਸ ਦੀ ਕਥਾ ਵਿਚਾਰ ਹੋਣੀ। ਪ੍ਰਾਤਨ ਕੋਈ ਇਤਿਹਾਸਕ ਅਨਮਤ ਦੇ ਵਿੱਚੋਂ ਜੇ ਕੋਈ ਵਿਚਾਰ ਹੋਣੀ, ਜਿਨ੍ਹਾਂ ਤੋਂ ਕਿਸੇ ਨੂੰ ਵੀ ਆਪਾਂ ਨੂੰ ਕੋਈ ਸਾਖੀ ਜਾਂ ਜਿਹਦੇ ਤੋਂ ਕੋਈ ਵੀ ਸਾਨੂੰ ਸੇਧ ਮਿਲ ਸਕਦੀ ਸੀ, ਉਹਨਾਂ ਵੇਲੇ ਵਿਚਾਰ ਹੁੰਦੀ ਸੀ। ਅੱਜ ਵੀ ਜਦੋਂ ਸ਼ਾਮ ਦੇ ਵੇਲੇ ਆਪਾਂ ਗੁਰ ਇਤਿਹਾਸ ਦੀ ਕਥਾ ਕਰਨੇ ਹਾਂ, ਪੰਥ ਪ੍ਰਕਾਸ਼ ਦੀ ਹੋਵੇ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਮਿਲ ਬੈਠ ਕਰਕੇ ਫਿਰ ਉੱਥੇ ਸਤਿਗੁਰੂ ਜੀਆਂ ਨੇ ਉਹਨਾਂ ਨੂੰ ਕੋਲ ਬਿਠਾ ਕੇ ਕਿਹਾ ਭਾਈ ਆਓ ਵਿਚਾਰ ਕਰੀਏ। ਕਿਹੜੀ ਵਿਚਾਰ? ਉੱਥੇ ਬੈਠਿਆ ਮਹਾਰਾਜ ਕਹਿੰਦੇ ਭਾਈ ਦੱਸਣਾ ਕਰੋ ਪ੍ਰਾਣੀ ਨੂੰ ਸੁਪਨਾ ਕਿਉਂ ਆਉਂਦਾ ਹੈ। ਜੀਵ ਰਾਤਰੀ ਸੁੱਤਾ ਹੋਵੇ, ਸੁੱਤਿਆਂ ਹੋਇਆਂ ਜੀਵ ਦੇ ਫਿਰ ਸੁਪਨੇ ਕਿਉਂ ਚੱਲਦੇ ਹਨ। ਕਿਮ ਨਿਸਪਤ ਮੈਂ ਸਾਮ ਨਿਸ਼ਾਨੇ। ਔਰ ਚੰਦਰਮਾ ਦੇ ਅੰਦਰ ਕਾਲਖ ਦਾਗ ਕਿਉਂ ਹੈ। ਨਿਸਪਤ ਜੋ ਰਾਤ ਦਾ ਪਤੀ, ਨਿਸਪਤ ਚੰਦਰਮਾ, ਇਹਦੇ ਅੰਦਰ ਦਾਗ ਕਿਉਂ ਹੈ। ਕਿਮ ਗੋਡੇ ਪਰ ਪਗ ਰਖੰਤੇ। ਦੱਸਣਾ ਕਰੋ ਭਾਈ ਜੋ ਦਸਤਾਰ ਜਾਂ ਫਿਰ ਗੋਡੇ ਦੇ ਉੱਪਰ ਪੱਗ ਕਿਉਂ ਰੱਖ ਲਈਦੀ ਹੈ ਬੈਠਿਆਂ ਹੋਇਆਂ। ਕਿਸੇ ਨੇ ਲਾਈ ਕੋ ਆਪਣੇ ਗੋਡੇ ਉੱਪਰ ਕਿਉਂ ਕੋਈ ਰੱਖ ਲੈਂਦਾ ਹੈ, ਇਹ ਤੁਸੀਂ ਵਿਚਾਰ ਕਰਨਾ ਕਰੋ। ਕਿਮ ਚਿੱਤੇ ਪਾਛੇ ਤੁਕ ਅੰਤੇ। ਔਰ ਸ਼ਿਕਲਾ ਗਜਾਉਣ ਤੋਂ ਬਾਅਦ, ਪਿਸ਼ਾਬ ਕਰਨ ਤੋਂ ਬਾਅਦ ਫਿਰ ਜੀਵ ਥੁੱਕਦਾ ਕਿਉਂ ਹੈ। ਚੂਨ ਪਕਾਵਣ ਜਬ ਹੀ ਲਾਗੇ। ਜਿਸ ਵਕਤ ਕੋਈ ਰੋਟੀ ਪ੍ਰਸ਼ਾਦ ਪਕਾਉਣ ਲੱਗਿਆ, ਪੇੜਾ ਕਰਨ ਲੱਗਿਆ ਜਾਂ ਪ੍ਰਸ਼ਾਦਾ ਲਾਉਣ ਲੱਗਿਆ, ਚੂਨ ਪਕਾਵਣ, ਉਸ ਵਕਤ ਤੋਰ ਪਿੱਛੇ ਕਿਮ ਜੋਰਤ ਆਗੇ। ਉਹਦੇ ਵਿੱਚੋਂ ਪੇੜੇ ਵਿੱਚੋਂ ਆਟਾ ਤੋੜ ਕੇ ਪਿੱਛੇ ਬਾਕੀ ਆਟੇ ਵਿੱਚ ਕਿਉਂ ਜੋੜ ਦਈਦਾ ਹੈ। ਪੇੜਾ ਕਰਕੇ ਉਸ ਵਕਤ ਪੇੜੇ ਵਿੱਚੋਂ ਆਟਾ ਤੋੜ ਕੇ ਕਿਉਂ ਬਾਕੀ ਰਹਿੰਦੇ ਆਟੇ ਨਾਲ ਕਿਉਂ ਜੋੜ ਦਿੰਦੇ ਹਨ। ਰੁੱਖ ਬਿਗੈਰ ਕਿਉਂ ਬੋਲਣ ਕਰ ਹੈ। ਬਿਨਾ ਕਿਸੇ ਵਿਚਾਰ ਜਾਂ ਬਿਨਾ ਸਮਾਂ ਵਿਚਾਰਨ ਤੋਂ ਬਿਨਾ ਜੀਵ ਬੋਲਦਾ ਕਿਉਂ ਹੈ। ਰੁੱਖ ਬਗੈਰ ਕਿਉਂ ਬੋਲਣ ਕਰੈ, ਕਿਉਂ ਜੀਵ ਬੋਲਦਾ ਹੈ। ਧਨ ਟੰਕਾਰ ਕਰੈ ਕਿਉਂ ਨਰ ਹੈ। ਲੜਾਈ ਹੋਣ ਤੋਂ ਪ੍ਰਥਮ, ਤੀਰ ਚਲਾਉਣ ਤੋਂ ਪਹਿਲਾਂ ਹੱਥ ਦੇ ਅੰਦਰ ਕਮਾਨ ਤੇ ਪਹਿਲਾਂ ਉਹਨੂੰ ਟੰਕਾਰ ਕੇ ਕਿਉਂ ਵੇਖਿਆ ਗਿਆ, ਕਿਉਂ ਉਹਨੂੰ ਟੰਕਾਰਿਆ ਗਿਆ। ਕਹੋ ਤਮਾਕੂ ਕਿਉਂ ਨਹਿ ਛੂ ਹੈ। ਦੱਸਣਾ ਕਰੋ ਭਾਈ ਤੰਬਾਕੂ ਨੂੰ ਕਿਉਂ ਨਹੀਂ ਛੂਣਾ। ਜੋ ਇਹ ਝੂਠ, ਜਗਤ ਝੂਠ ਹੈ, ਜਿਹਨੂੰ ਝੂਠ ਇਹਨੂੰ ਭਾਵ ਤੰਬਾਕੂ ਨੂੰ, ਉਹਨੂੰ ਕਿਉਂ ਨਹੀਂ ਛੂਣਾ।
ਤੁਸੀਂ ਇਹ ਦੱਸਣਾ ਕਰੋ। ਕਥਾ ਦਵਾਦਸੀ ਕੇ ਮਨ ਹੈ ਕਹੈ, ਔਰ ਦਵਾਦਸੀ ਦੀ ਕਥਾ ਕਿਉਂ ਨਹੀਂ ਕਹਿਣੀ? ਏਮ ਸ਼੍ਰੀ ਸਤਿਗੁਰ ਤੇ ਸਭ ਸੁਣੈ। ਇਸ ਪ੍ਰਕਾਰ ਜਿਹੜੇ ਕੁਝ ਇੱਕ ਬੋਲ ਸਨ, ਕੁਝ ਇੱਕ ਇਹ ਬਾਤਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਜਿਹੜੇ ਕੋਈ ਕਵੀ ਲੋਕ ਸਨ ਉਸ ਵਕਤ ਮਹਾਰਾਜ ਜੀਆਂ ਦੇ ਦਰਬਾਰ ਦੇ ਅੰਦਰ ਜੋ ਬੈਠੇ ਹੋਏ ਉਹਨਾਂ ਨੇ ਸੁਣੀਆਂ ਹਨ। ਕਵ ਕੁਵਰੇਸ ਪ੍ਰਥਮ ਹੀ ਭੰਨੈ। ਉਹਨਾਂ ਵਿੱਚੋਂ ਜੋ ਕਵੀ ਸੀ, ਹੁਣ ਸਭ ਤੋਂ ਜੋ ਸਿਆਣਾ ਕਵੀ ਕੁਵਰੇਸ਼, ਉਹਨੂੰ ਮੈਂ ਆਖਿਆ ਵੀ ਸਭ ਤੋਂ ਪਹਿਲਾਂ ਮੈਂ ਹੀ ਉੱਤਰ ਦੇਣਾ ਹਾਂ ਇਸ ਗੱਲ ਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਬੈਠਿਆ ਹੋਇਆ ਕਵੀ ਕੁਵਰੇਸ਼ ਨੇ ਉਸ ਵਕਤ ਉੱਤਰ ਦੇਣਾ ਸ਼ੁਰੂ ਕੀਤਾ। ਦੋਹਰਾ ਖਾਏ ਸਕਲ ਰਸ ਅੰਨ ਤੇ ਦੁਪੱਟੇ ਨਾਰੀ ਭਾਵ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਜੋ ਤੁਸੀਂ ਪੁੱਛਿਆ ਵੀ ਜੀਵ ਨੂੰ ਸੁਪਨਾ ਕਿਉਂ ਆਉਂਦਾ ਹੈ, ਰਾਤਰੀ ਭੋਜਨ ਛਕਣ ਲੱਗਿਆ ਜੀਵ ਨੇ ਜਿਸ ਵਕਤ ਭੋਜਨ ਇਤਿਆਦਿਕ ਛਕਿਆ, ਭੋਜਨ ਇਤਿਆਦਿਕ ਛਕ ਕਰਕੇ ਜੋ ਰਸ ਜਿਤ ਸੂਖਮ ਜੋ ਨਾੜੀਆਂ ਸਨ ਉਹ ਦੱਬੀਆਂ ਗਈਆਂ। ਓਮ ਨੀਂਦ ਪਿਛੈ ਪਚੇ ਜੀਵ ਕਲਾ ਛੁੱਟ ਦਾਵ। ਔਰ ਗੂੜੀ ਨੀਂਦ ਦੇ ਅੰਦਰ ਭੋਜਨ ਪ੍ਰਸ਼ਾਦ ਜਿਸ ਵਕਤ ਪਚ ਗਿਆ, ਘੂਮ ਨੀਂਦ ਪਿੱਛੇ ਪਚੇ ਭੋਜਨ ਪਚਨ ਪਛਾਤ। ਫਿਰ ਸਾਧ ਸੰਗਤ ਜੀਓ ਕਵੀ ਕੁਵਰੇਸ਼ ਨੇ ਇੱਥੇ ਉੱਤਰ ਦਿੱਤਾ ਕਿ ਮਹਾਰਾਜ ਉਸ ਤੋਂ ਬਾਅਦ ਭੋਜਨ ਪ੍ਰਸ਼ਾਦ ਦੇ ਨਸ਼ੇ ਦੇ ਅੰਦਰ ਜੋ ਸੀ ਘੂਕ ਸੁੱਤਾ ਹੋਇਆ ਜੀਵ ਤੇ ਉਹਦਾ ਸੁਪਨਾ ਸ਼ੁਰੂ ਹੋ ਗਿਆ। ਇਹ ਇਹਦਾ ਕਾਰਨ ਹੈ। ਪੂਰੇ ਸੁਪਨ ਸਭ ਜੰਤਰ ਕੋ, ਪੂਰੇ ਸੁਪਨ ਸਭ ਜੰਤ ਕੋ, ਸਾਚ ਝੂਠ ਮਨ ਬੂਝ। ਮਹਾਰਾਜ ਸੱਚੇ ਪਾਤਸ਼ਾਹ ਫਿਰ ਜੀਵਾਂ ਨੂੰ ਸੱਚੇ ਤਥਾ ਝੂਠੇ ਇਸ ਪ੍ਰਕਾਰ ਇਹ ਸੁਪਨੇ ਆਰੰਭ ਹੁੰਦੇ ਹਨ। ਇਤਨੇ ਜਾਣੇ ਗਿਆਨ ਤੇ ਤਾਂ ਪਰ ਤੁਮਰੇ ਸੋਝ। ਮਹਾਰਾਜ ਮੈਂ ਤਾਂ ਬਸ ਇੰਨੀ ਕੁ ਜਾਨੀ ਹੈ ਇਸ ਗੱਲ ਨੂੰ ਜਿਤਨਾ ਕੋ ਮੇਰਾ ਕੋਈ ਧਿਆਨ ਇਤਿਆਦਿਕ ਇਹ ਗੱਲ ਕਹਿੰਦਾ ਹੈ ਵੀ ਸੁਪਨਿਆਂ ਦਾ ਕਾਰਨ ਇਹ ਹੈ। ਇਹ ਕਵੀ ਕੁਵਰੇਸ਼ ਨੇ ਇਸ ਦਾ ਉੱਤਰ ਦਿੱਤਾ। ਬੱਲਭ ਕਾਲਸ ਪਾਪ ਫਲ ਗੌਤਮ ਪਤਨੀ ਪ੍ਰੇਤ। ਸਤਿਗੁਰੂ ਜੀਆਂ ਜੀ ਦੇ ਜੋ ਦੂਸਰਾ ਬਚਨ ਸੀ ਕਿ ਚੰਦਰਮਾ ਦੇ ਅੰਦਰ ਦਾਗ ਕਿਉਂ ਹੈ, ਕਾਲਖ ਕਿਉਂ ਹੈ, ਫਿਰ ਹੁਣ ਦੂਸਰਾ ਜਿਹੜਾ ਉਹਦਾ ਉੱਤਰ ਕਵੀ ਬੱਲਭ ਮਹਾਰਾਜ ਜੀਆਂ ਦੇ ਕੋਲ ਜੋ ਵਿਦਵਾਨ ਜਨ ਬੈਠੇ ਹਨ ਸਤਿਗੁਰੂ ਜੀਆਂ ਦੇ ਕੋਲ ਹੱਥ ਜੋੜ ਕੇ ਲੱਗੇ ਕਹਿਣ, ਕਹਿੰਦੇ ਮਹਾਰਾਜ ਇਹਨੂੰ ਪਾਪ ਦਾ ਫਲ ਲੱਗਾ। ਗੌਤਮ ਤਪਿਆ ਅਹਿਲਿਆ ਇਸਤਰੀ ਜਿਸ ਦੇਖ ਇੰਦਰ ਲੋਭਾਇਆ, ਇਹਨੇ ਰਾਜੇ ਇੰਦਰ ਦੇ ਨਾਲ ਦੇਵਤੇ ਨਾਲ ਇਹਨੇ ਪ੍ਰੀਤ ਨਿਭਾਈ। ਸਮੇਂ ਤੋਂ ਪਹਿਲਾਂ ਇਹ ਉਦੈ ਹੋਇਆ ਔਰ ਇਹਨੇ ਗੌਤਮ ਰਿਖੀ ਦੀ ਜੋ ਪਤਨੀ ਦੇ ਨਾਲ ਭਾਵ ਇੰਦਰ ਨੇ ਉਪਭੋਗ ਕੀਤਾ ਤੇ ਜਿਹਦਾ ਫਿਰ ਪਾਪ ਇਸ ਚੰਦਰਮਾ ਨੂੰ ਵੀ ਲੱਗਾ, ਜਿਹਦੇ ਕਾਰਨ ਇਹਦੇ ਭਾਵ ਇਹਦੇ ਵਿੱਚ ਕਾਲਖ ਹੈ, ਇਹਦੇ ਅੰਦਰ ਦਾਗ ਹੈ। ਇਹਦਾ ਕਾਰਨ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਹੈ। ਬੱਲਭ ਕਵੀ ਨੇ ਹੁਣ ਇਹ ਉੱਤਰ ਦਿੱਤਾ ਹੈ। ਸਾਸ ਉਠਾਏ ਰਿਖੇ ਨਹਾਨ ਕੋ, ਕਾਮੀ ਵਾਸਵ ਮੀਤ। ਇਹ ਕਾਮੀ ਇੰਦਰ ਦਾ ਮਿੱਤਰ ਬਣਿਆ। ਕੌਣ? ਚੰਦਰਮਾ, ਜਿਹਦੇ ਕਾਰਨ ਫਿਰ ਇਹਨੂੰ ਇਹਦਾ ਜਿਹੜਾ ਫਲ ਸੀ ਇਹਨੂੰ ਭੋਗਣਾ ਪਿਆ। ਕਾਮੀ ਇੰਦਰ ਦਾ ਇਹ ਮੀਤ ਬਣਿਆ। ਸਮੇਂ ਤੋਂ ਪਹਿਲਾਂ ਰਿਖੀ ਨੂੰ ਉਠਾ ਦਿੱਤਾ, ਉਹ ਇਸ਼ਨਾਨ ਕਰਨ ਵਾਸਤੇ ਚਲਾ ਗਿਆ ਤੇ ਇਹਨੂੰ ਬਸ ਇਹਦਾ ਇਹੋ ਹੀ ਫਲ ਜਿਹੜਾ ਇਹਨੂੰ ਨਸੀਬ ਹੋਇਆ। ਗੁਣਿਆ ਜਾਨੂ ਜਾਣਵੇ ਸੁਧ ਠੌਰ ਵਰ ਏਸ। ਹੁਣ ਸਤਿਗੁਰੂ ਜੀਆਂ ਦਾ ਜੋ ਤੀਸਰਾ ਸੀ ਵੀ ਗੋਡੇ ਉੱਪਰ ਜੋ ਪੱਗ ਕਿਉਂ ਰੱਖੀ ਗਈ, ਗੁਣੀਆਂ ਕਵੀ ਨੇ ਇਹਦਾ ਉੱਤਰ ਜਿਹੜਾ ਦਿੱਤਾ, ਜਾਨੂ ਜਾਨਵੀ ਸ਼ੁੱਧ ਠੌਰ ਵਰ ਈਸ ਮੀਤ। ਭਾਵ ਕਿ ਜਿਹੜੀ ਗੰਗਾ ਨਦੀ ਜਾਨੂ ਰਿਖੀ ਨੇ ਭਾਵ ਪੀ ਲਈ ਤੇ ਉਪਰੰਤ ਆਪਣੇ ਗੋਡੇ ਵਿੱਚੋਂ ਕੱਢੀ
ਤਾਂ ਕਰਕੇ ਗੋਡੇ ਨੂੰ ਪਵਿੱਤਰ ਮੰਨਿਆ ਗਿਆ। ਮੀਤ ਭਾਗ ਸ਼ਰਨਾਗਤੇ ਗੋਡ ਲਾਗ ਸੁਖ ਸੇਸ। ਔਰ ਜਦੋਂ ਵੀ ਕੋਈ ਆਪਸ ਦੇ ਅੰਦਰ ਕੋਈ ਵੱਡਾ ਮਿਲਦਾ ਹੈ, ਸਤਿਕਾਰ ਦੇ ਨਾਲ ਗੋਡੇ ਉਹਦੇ ਹੱਥ ਲਾਏ ਜਾਂਦੇ ਹਨ। ਸਤਿਕਾਰ ਕਿਉਂ ਕੀਤਾ ਗਿਆ? ਕਹਿੰਦੇ ਜਿਸ ਵਕਤ ਵੀ ਕੋਈ ਮਿਲੇ, ਮਿੱਤਰ ਆਪਸ ਦੇ ਅੰਦਰ ਮੀਤ ਕੋਈ ਮਿਲਦਾ ਹੈ, ਕੋਈ ਸਖਾ ਆਪਸ ਦੇ ਅੰਦਰ ਕੋਈ ਵੱਡਾ ਮਿਲਦਾ ਹੈ, ਤੇ ਉਸ ਨੂੰ ਭਾਵ ਨਿਮ ਕਰਕੇ ਉਹਦੇ ਗੋਡੀ ਹੱਥ ਲਾਇਆ ਗਿਆ, ਤੇ ਉਸ ਵਕਤ ਮੰਨਿਆ ਗਿਆ ਵੀ ਆਪਣੀ ਦਸਤਾਰ ਜਾਂ ਉਹਦੇ ਗੋਡੇ ਨਾਲ ਛੂਹੀ ਹੈ, ਇਸ ਕਰਕੇ ਗੋਡੇ ਨੂੰ ਪਵਿੱਤਰ ਮੰਨਿਆ ਗਿਆ ਹੈ। ਤਾਂ ਹੀ ਤਾਂ ਵੱਡੇ ਨੂੰ ਸਤਿਕਾਰ ਦੇ ਅੰਦਰ ਉਹਦੇ ਗੋਡੀ ਹੱਥ ਜਾਂ ਪੈਰੀ ਹੱਥ ਇਸ ਕਰਕੇ ਲਾਏ ਗਏ। ਸੁਖਿਆ ਤੰਤਰ ਮੰਤਰ ਕੇ ਨਾਸ਼ ਕਰਨ ਕੇ ਹੇਤ। ਔਰ ਪਿਸ਼ਾਬ ਕਰਨ ਉਪਰੰਤ ਥੁੱਕਣਾ, ਇਸ ਕਰਕੇ ਇਹਦਾ ਉੱਤਰ ਸੁਖੀਆ ਨੇ ਦਿੱਤਾ। ਤੰਤਰ ਮੰਤਰ ਕੇ, ਸਤਿਗੁਰੂ ਜੀ ਤੰਤਰ ਮੰਤਰਾਂ ਦੇ ਨਾਸ਼ ਕਰਨ ਵਾਸਤੇ। ਲੋਕ ਕੀਏ ਹੱਥ ਹੋਤ ਹੈ ਜਾਂਤੇ ਕੀ ਨਾ ਚੇਤ। ਇਸ ਕਰਕੇ ਵੀ ਜੋ ਕੋਈ ਤੰਤਰ ਮੰਤਰ ਇਤਿਆਦਿਕ ਹੋਵੇ, ਉਹ ਸਭ ਨਾਸ਼ ਹੋ ਜਾਣ। ਗੁਰਦਾਸ ਦਾਸ ਭਗ ਸਤ ਗੁਰੂ ਅਹੰ ਮਿਟੈ ਤੁਮ ਸ਼ਰਨ। ਔਰ ਫਿਰ ਕਵੀ ਗੁਰਦਾਸ ਜੀ ਬੈਠੇ ਹਨ, ਉਹਨਾਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਬੈਠੇ ਬਚਨ ਕੀਤੇ। ਸਤਿਗੁਰੂ ਅਹੰ ਮਿਟੈ ਤੁਮ ਸ਼ਰਨ। ਅਹੰਕਾਰ ਤੁਹਾਡੀ ਸ਼ਰਨ ਵਿੱਚ ਆਣ ਕਰਕੇ ਜੋ ਅਹੰਕਾਰ ਇਤਿਆਦਿਕ ਹੈ ਉਹ ਮਿਟ ਜਾਂਦੇ ਹਨ। ਆਵਨ ਕਿਰਪਾ ਬਿਨ ਅਹਮਤੇ ਬੋਲਤ ਪ੍ਰੀਤੇ ਹਰਨ। ਪਰ ਜੇ ਕੋਈ ਮੂਰਖ ਆਪਣੇ ਅਹੰਕਾਰ ਦੇ ਅੰਦਰ ਹੀ ਬਹੁਤਾ ਬੋਲਣ ਚੱਖਣ ਹੋਏ, ਜੇ ਕੋਈ ਆਪਣੇ ਅਹੰਕਾਰ ਦੇ ਅੰਦਰ ਬੋਲਦਾ ਹੈ ਬਿਨਾ ਰੁਖ ਤੋਂ ਭਾਵ ਜੋ ਮਹਾਰਾਜ ਜੀ ਨੇ ਬੋਲ ਕਹੇ ਸਨ, ਰੁਖ ਬਗੈਰ ਕਿਉਂ ਬੋਲਣ ਕਰ ਹੈ। ਜੇ ਕੋਈ ਆਪਣੇ ਅਹੰਕਾਰ ਦੇ ਅੰਦਰ ਕੋਈ ਜੀਵ ਬੋਲਦਾ ਹੈ, ਬੋਲਤ ਪ੍ਰੀਤੀ ਹਰਨ, ਤੇ ਆਪਣੇ ਉਹ ਭਾਵ ਆਪਣਾ ਮਾਨ ਪ੍ਰਤਿਸ਼ਠਾ ਗਵਾ ਬੈਠਦਾ ਹੈ। ਸੈਨਾਪਤ ਕਹਿਤਾ ਇਹ ਪ੍ਰਥਮ ਬਰਕਤੇ ਜਾਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੌਣ ਦੇ ਆਟੇ ਦੇ ਵਿੱਚੋਂ, ਪੇੜੇ ਦੇ ਵਿੱਚੋਂ ਜੋ ਆਟਾ ਤੋੜ ਕੇ ਜੋੜਿਆ ਗਿਆ, ਉਹਦਾ ਕਾਰਨ ਇਹੀ ਬਰਕਤ ਮੰਨਿਆ ਗਿਆ ਕਿ ਉਹਦੇ ਨਾਲ ਜੀਵ ਬਰਕਤ ਪੈਂਦੀ ਹੈ। ਗਣਪਤ ਆਦ ਮਨਾਈਏ ਆਦ ਤਵਨ ਕੇ ਕਾਨ। ਪ੍ਰਥਮ ਜਿਵੇਂ ਕੋਈ ਗਣਪਤ ਨੂੰ ਪੂਜਦਾ ਹੈ ਸਨਾਤਨ ਮਤ ਵਾਲੇ, ਗਣਪਤ ਆਦ ਮਨਾਈਏ, ਤੇ ਇਸ ਪ੍ਰਕਾਰ ਇਹ ਵੀ ਮੰਨਿਆ ਗਿਆ। ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਕਈ ਵਾਰ ਆਪਾਂ ਵੇਖਨੇ ਹਾਂ ਨਾ ਸਾਧ ਸੰਗਤ ਜੀਓ, ਜਦੋਂ ਕੋਈ ਵੀ ਆਪਣਾ ਕੰਮ ਕੋਈ ਵੀ ਆਰੰਭ ਕਰੇ, ਕੋਈ ਚਲੋ ਆਪਾਂ ਹੋਰ ਮੰਨੀਏ ਕੋਈ ਡਰਾਈਵਰ ਵੀਰ ਗੱਡੀ ਵੀ ਤੋਰੇ ਤੇ ਪਹਿਲਾਂ ਗੇਅਰ ਅਗਾਂਹ ਨੂੰ ਪਾ ਕੇ ਥੋੜਾ ਤੋਰ ਕੇ ਫਿਰ ਪਿਛਾਂਹ ਨੂੰ ਤੋਰਦੇ। ਪਹਿਲਾਂ ਉਸ ਪ੍ਰਥਮ ਨੂੰ ਮਨਾ ਕਰਕੇ ਮਾਲਕ ਸੱਚੇ ਪਾਤਸ਼ਾਹ ਉਹਦਾ ਧਿਆਨ ਧਰ ਕੇ ਫਿਰ ਹੀ ਬੈਕ ਦਾ ਗੇਅਰ ਬਾਅਦ ਚ ਹੀ ਪਾਉਂਦੇ ਨੇ, ਪਹਿਲਾਂ ਥੋੜਾ ਅਗਾਂਹ ਨੂੰ ਤੋਰ ਕੇ। ਕੋਈ ਵੀ ਕੰਮ ਉਸ ਪਰਿਪੂਰਨ ਪਰਮਾਤਮਾ ਜੀ ਨੂੰ ਯਾਦ ਕਰਕੇ ਕੋਈ ਕੰਮ ਸ਼ੁਰੂ ਕਰਨਾ, ਕੋਈ ਕਣਕ ਬੀਜਣੀ ਜਾਂ ਕੋਈ ਵੀ ਕੰਮ ਉਸ ਪਰਿਪੂਰਨ ਪਰਮਾਤਮਾ ਨੂੰ ਧਿਆਉਣਾ। ਤੇ ਕਵੀ ਸੈਨਾਪਤ ਕਵੀ ਜੀਆਂ ਨੇ ਕੋਲ ਬੈਠੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਇਸ ਬਚਨ ਦਾ ਉੱਤਰ ਦਿੱਤਾ। ਮਹਾਰਾਜ ਜਿਵੇਂ ਕੋਈ ਗਣਪਤ ਆਦ ਮਨਾਈਏ ਆ ਤਵਨ ਕੀ ਕਾਨ, ਇਸੇ ਪ੍ਰਕਾਰ ਉਸ ਪੇੜੇ ਦੇ ਵਿੱਚੋਂ ਭਾਵ ਆਟਾ ਤੋੜ ਕੇ ਬਾਕੀ ਰਹਿੰਦੇ ਆਟੇ ਨਾਲ ਜੋੜ ਦਿੱਤਾ ਗਿਆ। ਸੁਖਾ ਸਿੰਘ ਟੰਕਾਰ ਕੇ ਸਤਰਨ ਦਿਓ ਵੰਗਾਰ। ਕਹਿੰਦੇ ਜਿਸ ਵਕਤ ਤੀਰ ਛੱਡਣ ਤੋਂ ਪ੍ਰਥਮ ਕਮਾਨ ਨੂੰ ਟੰਕਾਰ ਕੇ ਵੇਖਿਆ ਗਿਆ, ਇਹਦਾ ਭਾਵ ਸਤਿਗੁਰੂ ਜੀ ਇਹੋ ਮੇਰਾ ਖਿਆਲ ਤਾਂ ਇਹੋ ਹੋ ਸਕਦਾ ਹੈ ਕਿ ਵੈਰੀ ਨੂੰ ਵੰਗਾਰਿਆ। ਬੰਦੂਕ ਚਲਾਉਣ ਤੋਂ ਪਹਿਲਾਂ, ਕਮਾਨ ਤੀਰ ਚਲਾਉਣ ਤੋਂ ਪਹਿਲਾਂ ਉਹਨੂੰ ਟੰਕਾਰਨਾ, ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕਰਕੇ ਵੀ ਵੈਰੀ ਨੂੰ ਵੰਗਾਰ ਕੇ ਉਹਦੇ ਨਾਲ ਹੀ ਇਸ਼ਾਰੇ ਦੇ ਨਾਲ ਹੀ ਉਹਨੂੰ ਵੰਗਾਰਿਆ ਗਿਆ। ਹੈ ਬਲ ਵਿਦਿਆ ਜਾਸ ਕੈ ਆਵੋ ਮਮ ਟਿਗਸਾਰ। ਜੇ ਕਿਸੇ ਦੇ ਅੰਦਰ ਕਿਸੇ ਪ੍ਰਕਾਰ ਕੋਈ ਵਿਦਿਆ ਇਤਿਆਦਿਕ ਹੈ ਜਾਂ ਕੋਈ ਜੂਝਣਾ ਜਾਂ ਕੋਈ ਲੜਨਾ ਚਾਹੁੰਦਾ ਹੈ, ਆਓ ਮੇਰੇ ਸਾਹਮਣੇ, ਆਓ ਮੇਰੇ ਨਾਲ ਦੋ ਹੱਥ ਕਰਨਾ ਕਰੋ, ਮੈਂ ਉਹਦੇ ਵਾਸਤੇ ਖਲੋਤਾ ਹਾਂ। ਸਤਿਗੁਰੂ ਜੀਆਂ ਨੂੰ ਉੱਤਰ ਇਹ ਕਲੂਆ
ਜੋ ਕਵੀ ਜਨ ਹੈ ਉਹਨਾਂ ਨੇ ਇਹ ਉੱਤਰ ਦਿੱਤਾ। ਇਹਨਾਂ ਸਾਰਿਆਂ ਦੇ ਉੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਸ ਪ੍ਰਕਾਰ ਦਿੱਤੇ, ਕਿਹੜੇ ਕਿਹੜੇ ਕਾਰਨ ਹਨ, ਕਿਉਂ ਇਸ ਪ੍ਰਕਾਰ ਕਮਾਨ ਨੂੰ ਟੰਕਾਰ ਕਰਕੇ ਕਿਉਂ ਵੇਖਿਆ ਗਿਆ, ਕਿਉਂ ਪੇੜੇ ਦੇ ਵਿੱਚੋਂ ਆਟਾ ਤੋੜ ਕੇ ਕਿਉਂ ਇਸ ਪ੍ਰਕਾਰ ਜੋੜਿਆ ਗਿਆ, ਕਿਉਂ ਗੋਡੇ ਦਾ ਇਤਨਾ ਸਤਿਕਾਰ ਕਿਉਂ ਹੈ। ਇਹ ਸਾਧ ਸੰਗਤ ਜੀਓ ਕੱਲ ਵਾਲੇ ਦੀਵਾਨਾਂ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮੁਬਾਰਕ ਰਚਨਾ ਤੋਂ ਆਪਾਂ ਸਰਵਣ ਕਰਾਂਗੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਵੀਆਂ ਨੂੰ ਪੁੱਛਿਆ, ਕਵੀਆਂ ਨੇ ਆਪੋ ਆਪਣੀ ਜਿਤਨੀ ਸਮਰੱਥਾ ਉਹਦੇ ਅਨੁਸਾਰ ਉਹਨਾਂ ਨੇ ਆਪੋ ਆਪਣਾ ਉੱਤਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਅੱਜ ਇਤਨੀਆਂ ਬੇਨਤੀਆਂ ਸਾਧ ਸੰਗਤ ਜੀਓ ਪ੍ਰਵਾਨ ਕਰਨੀਆਂ ਹੋਈਆਂ ਬੇਨਤ ਭੁੱਲਾਂ ਦੀ ਖਿਮਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣ ਜੋਗ ਬਖਸ਼ ਲੈਣ। ਇੱਥੇ ਹੀ ਸਮਾਪਤੀ ਹੈ। ਵਾਹਿਗੁਰੂ 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 हे अच्युत हे पार ब्रह्म अविनाशी हे पूरण हे सर्वमय हे संगी हे निरंकार हे गोविंद हे गुण निधान जाकै सदा विवेक हे अपरंपर हर हरे है पीहो हे संत कै सदा संग हे ठाकुर हो दासुरु मैं निर्गुण गुण नहीं नानक दीजा नाम दान राखो हिय परो आए प्रभ शरणागति कृपा निध दयाल एक अखर हर मन वस्तु नानक होत निहाल वाहिगुरु नाम जहाज है चढ़े सो उतरै पार तो श्रद्धा कर सेव दे गुर पार उतारन हार जो श्रद्धा कर सेव दे गुर पार उतारन हार। वाहिगुरु जी का खालसा वाहिगुरु जी की फतेह।